ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ ਘਾਟ ਘਾਟ ਨਾਥ ਨਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਚੱਲਦਾ ਪਿਆ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੈ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸੁਖਾਓ ਹੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ। ਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਲੰਗ ਮਹਲਾ ਪਹਿਲਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤਾ। ਮੈਂ ਦੇਵਾਨਾ ਭਇਆ ਤੀਤ। ਕਰ ਕਾਸਾ ਦਰਸ਼ਨ ਕੀ ਭੂਖ। ਮੈਂ ਦਰ ਮੰਗੋ ਨੀਤਾ ਨੀਤ। ਤੋ ਦਰਸ਼ਨ ਕੀ ਕਰੋ ਸਮਾਏ। ਮੈਂ ਦਰ ਮੰਗਤ ਭੀਖਿਆ ਪਾਏ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਮਹਾਰਾਜ ਸਾਹਿਬ ਜੀਆਂ ਨੇ ਮਹਾਨ ਕਿਰਪਾ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਦਾ ਇਹ ਸੁਭਾਗਾ ਸਮਾਂ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਇਸ ਵੇਲੇ ਆਪਾਂ ਗੁਰਬਾਣੀ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕੇ ਸ਼ਿਸ਼ੋਭਤ ਹੋਏ ਆ।
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਆਪਾਂ ਨੂੰ 720 ਅੰਗ ਜਿਹੜੇ ਨੇ, ਇੱਕ ਅੰਗ ਤੋਂ ਲੈ ਕੇ ਜਪਜੀ ਸਾਹਿਬ ਤੋਂ ਪ੍ਰਰੰਭਤਾ ਹੋ ਕਰਕੇ ਇੱਕ ਇੱਕ ਅੰਗ ਇੱਕ ਇੱਕ ਸ਼ਬਦ ਸਰਵਨ ਕਰਦਿਆਂ ਹੋਇਆ 720 ਅੰਗ ਆਪਾਂ ਗੁਰਬਾਣੀ ਦੇ ਇਹ ਸਰਵਨ ਕਰ ਲੈਣਾ। ਸੋ ਇਸ ਤੋਂ ਅੱਗੇ ਜਿਹੜੀ ਵਿਚਾਰ ਹੈ ਉਹ ਅੱਜ 721 ਅੰਗ ਦੇ ਉੱਪਰ ਆਪਾਂ ਸਰਵਨ ਕਰ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਿਲੰਗ ਮਹਲਾ ਪਹਿਲਾ ਘਰ ਦੂਜਾ। ਤਿਲੰਗ ਰਾਗ ਦਾ ਨਾਮ ਹੈ। ਇਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ। ਵਿਦਵਾਨਾਂ ਨੇ ਇਹ ਜੋ ਰਾਗ ਹੈ ਉਹ ਬਰਸਾਤ ਦੇ ਵਿੱਚ, ਜਿਹੜੀ ਬਰਸਾਤ ਦੀ ਰੁੱਤ ਹੈ ਉਹਦੇ ਅੰਦਰ ਇਹ ਜੋ ਰਾਗ ਹੈ ਇਹ ਗਾਉਣ ਦਾ ਹੁਕਮ ਹੈ। ਰਾਤ ਨੂੰ ਅੱਧੀ ਰਾਤ ਦਾ ਇਹ ਸਮਾਂ ਇਸ ਰਾਗ ਨੂੰ ਗਾਉਣ ਦਾ ਬਖਸ਼ਿਸ਼ ਕੀਤਾ। ਅੱਧੀ ਰਾਤ ਜਦੋਂ ਬਰਸਾਤ ਹੁੰਦੀ ਹੈ, ਬਰਸਾਤ ਵਾਲੇ ਦਿਨ ਸਾਉਣ ਭਾਦਰੋਂ ਦੇ ਦਿਨ ਜਿਹੜੇ ਨੇ ਉਹਨਾਂ ਮਹੀਨਿਆਂ ਦੇ ਵਿੱਚ ਇਸ ਰਾਗ ਨੂੰ ਅੱਧੀ ਰਾਤ ਵੇਲੇ ਜਿਹੜੇ ਰਾਗ ਦੇ ਗਵਈਏ ਨੇ, ਗਾਉਣ ਵਾਲੇ, ਇਸ ਰਾਗ ਨੂੰ ਗਾਉਂਦੇ ਨੇ। ਔਰ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਇਸ ਨੂੰ ਰਾਗਨੀ ਲਿਖਿਆ ਹੈ, ਰਾਗ ਦੀ ਘਰ ਵਾਲੀ ਇਸਤਰੀ ਲਿਖਿਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਹੈ। 721 ਅੰਗ ਦੇ ਉੱਪਰ ਮਹਾਰਾਜ ਨੇ ਅੰਕਿਤ ਕੀਤਾ ਹੈ। ਦੂਜੇ ਘਰ ਦੇ ਅੰਦਰ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪ੍ਰਮਾਤਮਾ ਇੱਕ ਹੈ। ਜੋ ਦੁਨੀਆ ਬਣਾਉਣ ਵਾਲਾ ਹੈ ਪ੍ਰਮਾਤਮਾ, ਈਸ਼ਵਰ, ਨਿਰੰਕਾਰ, ਕੁਝ ਵੀ ਕਹਿ ਲਈਏ, ਉਹ ਇੱਕ ਹੀ ਹੈ। ਇੱਕ ਤੋਂ ਹੀ ਦੁਨੀਆ ਬਣੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਇਹ ਬਚਨ ਮਹਾਰਾਜ ਜੀਆਂ ਦਾ। ਪਰਮਾਤਮਾ ਇੱਕ ਹੀ ਹੈ। ਉਹਦੇ ਤੋਂ ਅੱਗੇ ਦੇਵਤੇ ਬਣ ਗਏ, ਪੈਗੰਬਰ ਬਣ ਗਏ, ਪੀਰ ਬਣ ਗਏ, ਮਨੁੱਖ ਬਣ ਗਏ, ਪਸ਼ੂ ਪੰਛੀ ਬਣ ਗਏ, ਪਰ ਬਣਾਉਣ ਵਾਲਾ, ਘਾੜਤ ਘੜਨ ਵਾਲਾ ਇੱਕੋ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਇੱਕ ਜੋ ਪਰਮਾਤਮਾ ਹੈ ਸਤਿਗੁਰ ਪ੍ਰਸਾਦ, ਉਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਜੇ ਗੁਰੂ ਮਿਹਰ ਕਰੇ, ਗੁਰੂ ਤਰਸ ਕਰ ਦੇਵੇ, ਆਪਾਂ ਸੰਗਤ ਵਿੱਚ ਤਾਂ ਹੀ ਆ ਕੇ ਬੈਠੇ ਆ। ਨਿਤਨੇਮ ਸਰਵਨ ਕਰਦੇ, ਕੀਰਤਨ ਸਰਵਨ ਕਰਦੇ, ਕਥਾ ਸਰਵਨ ਕਰਦੇ, ਪਾਠ ਸਰਵਨ ਕਰਦੇ। ਉਹਦਾ ਕਾਰਨ ਇਹ ਆ ਵੀ ਸਤਿਗੁਰਾਂ ਨੂੰ ਸਾਡੇ ਤੇ ਤਰਸ ਆ ਜਾਵੇ ਤੇ ਸਤਿਗੁਰੂ ਤਰਸ ਕਰਕੇ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦੇਣ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਤੋਂ ਭਾਵ ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੁੰਦੀ ਹੈ ਉਹਨਾਂ ਨੂੰ ਇੱਕ ਪਰਮਾਤਮਾ ਮਿਲਦਾ ਹੈ। ਭਉ ਤੇਰਾ ਭਾਂਗ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਏਮਨਾਬਾਦ ਦੀ ਧਰਤੀ ਤੇ ਬੈਠੇ, ਏਮਨਾਬਾਦ ਇੱਕ ਸਥਾਨ ਹੈ ਪਾਕਿਸਤਾਨ ਦੇ ਅੰਦਰ। ਭਾਈ ਲਾਲੋ ਜੀ ਗੁਰੂ ਕੇ ਸਿੱਖ ਇੱਥੋਂ ਦੇ ਰਹਿਣ ਵਾਲੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਪਹੁੰਚੇ, ਸਾਖੀ ਬੜੀ ਲੰਮੀ ਹੈ ਕਿਉਂਕਿ ਇਹ ਕੁਝ ਸ਼ਬਦ ਉਸ ਇਲਾਕੇ ਦੇ ਨਾਲ ਹੀ ਸੰਬੰਧਿਤ ਹੋਣਗੇ। ਆਪਾਂ ਸਰਵਣ ਕਰਦੇ ਰਵਾਂਗੇ ਇਤਿਹਾਸ। ਸਤਿਗੁਰੂ ਜਦੋਂ ਜਾ ਕੇ ਬੈਠੇ ਤੇ ਕੁਝ ਸਾਧੂ ਵੀ ਬੈਠ ਗਏ, ਭਾਈ ਮਰਦਾਨਾ ਜੀ ਵਰਗੇ ਗੁਰਸਿੱਖ ਬੈਠੇ ਹੋਏ। ਮਹਾਰਾਜ ਭੁੱਖ ਲੱਗੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਨੇੜੇ ਹੀ ਨਗਰ ਹੈ, ਜਾ ਕੇ ਪ੍ਰਸ਼ਾਦਾ ਪਾਣੀ ਮੰਗ ਕੇ ਤੇ ਛਕ ਲਓ। ਜਦੋਂ ਪ੍ਰਸ਼ਾਦਾ ਪਾਣੀ ਮੰਗਣ ਵਾਸਤੇ ਘਰਾਂ ਦੇ ਵਿੱਚ ਗਏ ਤੇ ਇੱਥੇ ਪਠਾਨਾਂ ਦੇ ਘਰ ਇਹ ਜੋ ਪਠਾਨ ਨੇ ਮਾਇਆ ਕਰਕੇ ਬੜੇ ਅਮੀਰ ਔਰ ਬੜੇ ਤਾਕਤ ਵਾਲੇ, ਲੜਾਈ ਕਰਨ ਨੂੰ ਵੀ ਤਗੜੇ, ਮਾਇਆ ਦੇ ਪੱਖੋਂ ਵੀ ਤਗੜੇ। ਇਹਨਾਂ ਨੇ ਉਹਨਾਂ ਸਾਧੂਆਂ ਨੂੰ ਧੱਕੇ ਮਾਰੇ ਔਰ ਭਾਈ ਮਰਦਾਨਾ ਜੀਆਂ ਨੂੰ ਵੀ ਧੱਕੇ ਲੱਗੇ।
ਨਿਰਾਸ਼ ਹੋ ਕੇ ਮਹਾਰਾਜ ਦੇ ਕੋਲ ਆ ਗਿਆ। ਸਤਿਗੁਰੂ ਇਸ ਪਿੰਡ ਦੇ ਲੋਕ ਤੇ ਬੜੇ ਹੰਕਾਰੀ ਨੇ, ਜਿਨ੍ਹਾਂ ਨੇ ਸਾਧੂ ਵੇਖ ਕੇ ਵੀ ਧੱਕੇ ਮਾਰੇ। ਮਹਾਰਾਜ ਕਹਿਣ ਲੱਗੇ ਕੋਈ ਗੱਲ, ਜੰਮ ਕਰ ਮੁਗਲ ਚੜਾਇਆ। ਇਹਨਾਂ ਨੂੰ ਮਾਤ ਦੇਣ ਵਾਸਤੇ, ਸਜ਼ਾ ਦੇਣ ਵਾਸਤੇ ਮੁਗਲ ਬਾਦਸ਼ਾਹ ਬਾਬਰ ਚੜਿਆ ਹੁੰਦਾ ਹੈ। ਵਚਨ ਮਹਾਰਾਜ ਦੇ ਮੁਖੋਂ ਹੋਇਆ ਤੇ ਫਿਰ ਉਸ ਬਾਬਰ ਬਾਦਸ਼ਾਹ ਨੇ ਆ ਕੇ ਏਮਨਾਬਾਦ ਦੇ ਸ਼ਹਿਰ ਨੂੰ ਆ ਕੇ ਘੇਰਾ ਪਾ ਲਿਆ ਤੇ ਬੜਾ ਵੱਡਾ ਜੰਗ ਹੋਇਆ। ਜੰਗ ਦੇ ਵਿੱਚ ਬਹੁਤੇ ਪਠਾਨ ਮਰ ਗਏ ਤੇ ਕੁਝ ਮੈਦਾਨ ਛੱਡ ਕੇ ਦੌੜ ਗਏ। ਪਠਾਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਇਸਤਰੀਆਂ ਸਨ, ਉਹ ਬਾਬਰ ਦੀ ਫੌਜ ਨੇ ਚੁੱਕ ਲਈਆਂ। ਬਾਬਰ ਨੇ ਹੁਕਮ ਦਿੱਤਾ ਵੀ ਜਿੰਨੇ ਵੀ ਲੋਕ ਬਚੇ ਨੇ, ਭਾਵੇਂ ਉਹ ਜਨਾਨੀਆਂ ਨੇ, ਬੱਚੇ ਨੇ, ਬਜ਼ੁਰਗ ਨੇ, ਕੋਈ ਵੀ ਹੈ, ਸਾਰਿਆਂ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟੋ। ਸਾਰੇ ਜੇਲ੍ਹ ਵਿੱਚ ਪਾਏ ਗਏ। ਜਿਨ੍ਹਾਂ ਨੂੰ ਜੇਲ੍ਹ ਹੋਈ ਉਹਨਾਂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਨੇੜੇ ਬੈਠਿਆਂ ਵੇਖ ਕੇ ਵੀ ਇਹ ਵੀ ਇਸੇ ਪਿੰਡ ਦੇ ਹੋਣਗੇ। ਸਤਿਗੁਰਾਂ ਨੂੰ ਵੀ ਜੇਲ੍ਹ ਵਿੱਚ ਪਾਇਆ ਗਿਆ। ਉਸ ਵੇਲੇ ਬਾਬਰ ਬਾਦਸ਼ਾਹ ਨੇ ਹੁਕਮ ਦਿੱਤਾ, ਜਿੰਨੇ ਕੈਦੀ ਨੇ, ਮੇਰੀ ਫੌਜ ਦਾ ਜਿਹੜਾ ਪ੍ਰਸ਼ਾਦਾ ਰੋਟੀ ਬਣਨੀ ਹੈ, ਉਹਦੇ ਵਾਸਤੇ ਆਟਾ ਪੀਣ ਵਾਸਤੇ ਸਾਰੇ ਜਾਣੇ ਚੱਕੀ ਪੀਸੋ। ਮੇਰੀ ਫੌਜ ਨੇ ਰੋਟੀ ਖਾਣੀ ਹੈ। ਸਾਰੇ ਜਿੰਨੇ ਗੁਲਾਮ ਸਨ, ਜਿੰਨੇ ਕੈਦੀ ਸਨ, ਸਭ ਨੂੰ ਚੱਕੀਆਂ ਦੇ ਕੇ ਕਣਕ ਦਿੱਤੀ ਗਈ ਪੀਸਣ ਵਾਸਤੇ। ਇੱਕ ਚੱਕੀ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਲਿਆ ਕੇ ਵੀ ਰੱਖੀ ਗਈ। ਤੇ ਮਹਾਰਾਜ ਨੇ ਆਖਿਆ, ਸਤ ਕਰਤਾਰ। ਜਦੋਂ ਅਕਾਲ ਪੁਰਖ ਦੇ ਨਾਮ ਨੂੰ ਜਪਿਆ, ਕਹਿਣ ਲੱਗੇ ਚੱਕੀ ਆਪੇ ਹੀ ਚੱਲਦੀ ਪਈ, ਚਲਾਉਣ ਦੀ ਲੋੜ ਨਹੀਂ। ਸਿਪਾਹੀ ਵੇਖ ਕੇ ਬੜੇ ਹੈਰਾਨ ਹੋਏ, ਇਹ ਤੇ ਕੋਈ ਕਰਾਮਾਤੀ ਪੀਰ ਹੈ, ਕੋਈ ਜਾਰਾ ਪੀਰ ਹੈ, ਚੱਕੀ ਆਪੇ ਚੱਲਦੀ ਪਈ। ਦੌੜ ਕੇ ਜਾ ਕੇ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਸਲਾਮਤ, ਜਿੱਥੇ ਆਪਾਂ ਕੈਦੀ ਇਕੱਠੇ ਕੀਤੇ, ਜੇਲ੍ਹ ਵਿੱਚ ਡੱਕੇ ਹੋਏ ਨੇ, ਉੱਥੇ ਇੱਕ ਫਕੀਰ ਵੀ ਆਪਾਂ ਜੇਲ੍ਹ ਵਿੱਚ ਪਾਇਆ, ਉਹਦੀ ਚੱਕੀ ਆਪੇ ਚੱਲਦੀ ਪਈ। ਐਸੀ ਗੱਲ ਸੁਣ ਕੇ ਕਹਿਣ ਲੱਗੇ, ਬਾਬਰ ਬਾਦਸ਼ਾਹ ਫਿਰ ਦੌੜਿਆ ਆਇਆ ਛੇਤੀ ਦੇ ਨਾਲ, ਆਖਿਆ ਵੀ ਇਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢੋ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਅਸੀਂ ਇਕੱਲੇ ਬਾਹਰ ਨਹੀਂ ਜਾਵਾਂਗੇ, ਜਾਂ ਤੇ ਜਿੰਨੇ ਕੈਦੀ ਤੂੰ ਫੜੇ ਨੇ ਸਾਰਿਆਂ ਨੂੰ ਯਾਦ ਕਰ। ਮਹਾਰਾਜ ਦਾ ਭੈ ਵੇਖ ਕੇ, ਮਹਾਰਾਜ ਦੀ ਬੰਦਗੀ ਵੇਖ ਕੇ ਭੈ ਭੀਤ ਹੋਇਆ। ਬਾਬਰ ਬਾਦਸ਼ਾਹ ਸਾਰਿਆਂ ਨੂੰ ਛੱਡਿਆ। ਮਹਾਰਾਜ ਨੂੰ ਖੁਸ਼ ਕਰਨ ਵਾਸਤੇ ਇੱਕ ਭੰਗ ਦਾ ਪਿਆਲਾ ਲੈ ਕੇ ਆਇਆ। ਭੰਗ ਜਿਹੜੀ ਘੋਟ ਕੇ ਪੀਂਦੇ ਨਾ ਲੋਕ, ਉਹ ਭੰਗ ਦਾ ਪਿਆਲਾ ਲਿਆਂਦਾ ਮਹਾਰਾਜ ਵਾਸਤੇ ਵੀ ਆ ਮਹਾਰਾਜ ਪੀ ਲਓ। ਉਹਦਾ ਕਾਰਨ ਇਹ ਹੈ ਵੀ ਹਿੰਦੁਸਤਾਨ ਦੇ ਜਿਹੜੇ ਬਹੁਤੇ ਪੀਰ ਫਕੀਰ ਸਨ, ਉਸ ਵੇਲੇ ਭੰਗ ਪੀਆ ਕਰਦੇ, ਜੋਗੀ ਵਗੈਰਾ ਵੀ ਭੰਗ ਪੀ ਕੇ ਭੰਗ ਦੀ ਖੁਮਾਰੀ ਵਿੱਚ ਉਹਨਾਂ ਨੇ ਝੂਮਦੇ ਰਹਿਣਾ, ਆਖਣਾ ਸਾਡੀ ਲਿਵ ਲੱਗੀ ਹੈ। ਹੁਣ ਬਾਦਸ਼ਾਹ ਹਿੰਦੁਸਤਾਨ ਦਾ ਨਹੀਂ ਹੈ, ਕਾਬਲ ਤੋਂ ਚੱਲ ਕੇ ਆਇਆ ਤੇ ਉਹਨੇ ਆਪਣੇ ਦੇਸ਼ ਦੀ ਜਿਹੜੀ ਖਾਸ ਬੂਟੀ ਹੈ, ਖੁਰਾਸਾਨ ਦੇਸ਼ ਦੀ ਬੂਟੀ ਜਿਹਨੂੰ ਭੰਗ ਕਿਹਾ ਜਾਂਦਾ, ਉਹ ਭੰਗ ਦਾ ਪਿਆਲਾ ਤੋਹਫੇ ਵਜੋਂ ਦਿੱਤਾ ਵੀ ਇਹ ਵੀ ਪੀਰ ਫਕੀਰ ਹੀ ਨੇ, ਇਹ ਵੀ ਪੀਂਦੇ ਹੋਣਗੇ ਭੰਗ, ਤੇ ਭੰਗ ਵੇਖ ਕੇ ਖੁਸ਼ ਹੋ ਜਾਣਗੇ ਤੇ ਫਿਰ ਮੈਂ ਇਹਨਾਂ ਕੋਲੋਂ ਵਰ ਮੰਗਾਂਗਾ, ਮੈਂ ਇਹਨਾਂ ਕੋਲੋਂ ਕੋਈ ਦਾਤ ਲਵਾਂਗਾ, ਜਾਰੇ ਪੀਰ ਨੇ। ਇਹ ਜਾਣ ਕੇ ਉਸ ਬਾਬਰ ਬਾਦਸ਼ਾਹ ਨੇ ਮਹਾਰਾਜ ਨੂੰ ਭੰਗ ਦਾ ਪਿਆਲਾ ਅੱਗੇ ਕਰਕੇ ਆਖਿਆ, ਮਹਾਰਾਜ ਆਪ ਜੀ ਭੰਗ ਛਕੋ। ਗੁਰਮੁਖੋ ਜਿਹੜੀ ਭੰਗ ਹੈ ਨਾ, ਇਹ ਕਈਆਂ ਥਾਵਾਂ ਤੇ ਵਰਤਾਈ ਜਾਂਦੀ ਹੈ, ਪਿਆਈ ਜਾਂਦੀ ਹੈ, ਚੱਲਦੀ ਹੈ। ਔਰ ਖਾਲਸਾ ਪੰਥ ਵਿੱਚ ਵੀ ਕੁਝ ਲੋਕ ਇਸ ਨੂੰ ਪੀਂਦੇ ਨੇ, ਇਸ ਦਾ ਸੇਵਨ ਕਰਦੇ। ਪਰ ਜਿਹੜੇ ਮਾਹਰ ਨੇ ਨਾ, ਦਵਾਈ ਬੂਟੀ ਕਰਨ ਵਾਲੇ ਵੈਦ, ਉਹਨਾਂ ਦਾ ਕਥਨ ਇਹ ਹੈ ਵੀ ਇਹ ਜਿਹੜੀ ਭੰਗ ਹੈ, ਜਦੋਂ ਕੋਈ ਸੱਟ ਲੱਗ ਜਾਵੇ, ਕੋਈ ਫੱਟ ਲੱਗ ਜਾਵੇ, ਕੋਈ ਜ਼ਖਮੀ ਹੋ ਜਾਵੇ, ਤੇ ਜਿਹੜੀ ਉਹ ਦਰਦ ਹੁੰਦੀ ਹੈ ਨਾ ਜ਼ਖਮ ਦੇ ਨਾਲ, ਉਸ ਦਰਦ ਨੂੰ ਇਹ ਘੱਟ ਕਰਦੀ, ਮਿਟਾ ਦਿੰਦੀ ਹੈ। ਜਿਵੇਂ ਅੱਜ ਆਪਾਂ ਨੂੰ ਪੀੜ ਹੋਵੇ, ਆਪਾਂ ਗੋਲੀ ਖਾ ਲੈਂਦੇ, ਕੁਝ ਸਮੇਂ ਵਾਸਤੇ ਉਸ ਪੀੜ ਨੂੰ ਘੱਟ ਕਰ ਦਿੰਦੀ ਹੈ, ਔਰ ਜ਼ਖਮ ਨੂੰ ਭਰਨ ਦੇ ਵਿੱਚ ਮਦਦ ਕਰਦੀ ਹੈ ਵੀ ਛੇਤੀ ਭਰ ਜਾਵੇ। ਕਿਉਂਕਿ ਉਹਨਾਂ ਸਮਿਆਂ ਵਿੱਚ ਦਵਾਈਆਂ ਬੂਟੀਆਂ ਘੱਟ ਸਨ, ਵੈਦ ਹਕੀਮ ਕਿਤੇ ਲੱਭਦੇ ਜੰਗਲਾਂ ਦੇ ਵਿੱਚ। ਮਜਬੂਰੀ ਦੇ ਕਾਰਨ ਇਸ ਭੰਗ ਨੂੰ ਪੀਣਾ ਪੈਂਦਾ ਵੀ ਜਿਹੜਾ ਜ਼ਖਮ ਲੱਗਾ ਜੰਗ ਦੇ ਵਿੱਚ, ਇਹਦੀ ਦਰਦ ਨਾ ਹੋਵੇ ਔਰ ਇਹ ਜ਼ਖਮ ਠੀਕ ਵੀ ਹੋ ਜਾਵੇ।
ਪਰ ਗੁਰਮੁਖੋ ਉਹਦੀ ਇੱਕ ਲਿਮਟ ਹੈ ਵੀ ਇੰਨਾ ਕੁ ਪੀਣਾ ਹੈ। ਇਹ ਨਹੀਂ ਵੀ ਭਰ ਭਰ ਕੇ ਲਾ ਕੇ ਘੋਟਾ ਗਲਾਸਾਂ ਦੇ ਗਲਾਸ ਹੀ ਪੀਤੀ ਜਾਓ, ਨਹੀਂ, ਉਹ ਫਿਰ ਨਸ਼ਾ ਬਣ ਜਾਵੇਗਾ। ਉਹਦੀ ਇੱਕ ਸੀਮਾ ਹੈ, ਇੰਨਾ ਕੁ ਪੀਵੋਗੇ ਇਹ ਤੁਹਾਡੀ ਪੀੜ ਨੂੰ ਔਰ ਜ਼ਖਮ ਨੂੰ ਸਹੀ ਕਰੇਗਾ। ਹੁਣ ਅੱਜ ਵੀ ਆਪਾਂ ਮੰਨ ਲਓ ਖਾਂਸੀ ਲੱਗ ਜਾਵੇ, ਆਪਾਂ ਦਵਾਈ ਲੈ ਕੇ ਆਉਂਦੇ ਤੇ ਦਵਾਈ ਵਿੱਚ ਨਸ਼ਾ ਤੇ ਹੈ, ਪਰ ਉਹਦੀ ਇੱਕ ਸੀਮਾ ਹੈ ਵੀ ਨੀਂਦ ਆ ਜਾਵੇ। ਪਰ ਜੇ ਹੁਣ ਕੋਈ ਮਨੁੱਖ ਆਖੇ ਵੀ ਮੈਂ ਹੁਣ ਸਾਰੀਆਂ ਸੀਸੀਆਂ ਇਕੱਠੀਆਂ ਹੀ ਪੀ ਲੈਣੀਆਂ ਲਿਆ ਕੇ 10-15, ਤੇ ਫਿਰ ਉਹ ਪੀਣ ਵਾਲੇ ਦੀ ਗਲਤੀ ਹੈ ਨਾ। ਦਵਾਈ ਦੇ ਵਿੱਚ ਤੇ ਉਹ ਇੱਕ ਮਾਤਰਾ ਦੇ ਹਿਸਾਬ ਦੇ ਨਾਲ ਪਾਈ ਗਈ ਹੈ ਵੀ ਇੰਨੀ ਕੁ ਚਾਹੀਦੀ ਹੈ, ਨੀਂਦ ਆ ਜਾਵੇ, ਆਰਾਮ ਆ ਜਾਵੇ। ਪਰ ਲੋਕਾਂ ਨੇ ਉਹ ਖਾਂਸੀ ਦੀਆਂ ਸੀਸੀਆਂ ਦਾ ਵੀ ਨਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਕਈ ਦਵਾਈਆਂ ਬੰਦ ਕਰਨੀਆਂ ਪਈਆਂ ਸਰਕਾਰ। ਅਸੀਂ ਕਿਸੇ ਚੀਜ਼ ਦਾ ਬਹੁਤਾ ਇਸਤੇਮਾਲ ਕਰ ਲੈਂਦੇ, ਫਿਰ ਉਹ ਨਸ਼ੇ ਦੇ ਰੂਪ ਵਿੱਚ ਹੀ ਜਾ ਜਾਂਦੀ ਹੈ। ਪਰ ਜੇ ਉਹਨੂੰ ਕਿਸੇ ਸੀਮਾ ਦੇ ਮੁਤਾਬਕ ਖਾਧਾ ਜਾਵੇ, ਲਿਆ ਜਾਵੇ, ਤਾਂ ਉਹ ਸਰੀਰ ਦੇ ਕਈ ਰੋਗ ਵੀ ਕੱਢ ਦਿੰਦੀ। ਇਹ ਭੰਗ ਪੀਣ ਦਾ ਜਿਹੜਾ ਖਾਲਸੇ ਦਾ ਕਾਰਨ ਹੈ ਉਹ ਇਹੋ ਹੀ ਸੀਗਾ ਵੀ ਜਦੋਂ ਜੰਗ ਯੁੱਧ ਹੁੰਦੇ ਤੇ ਫਟੜ ਹੋ ਜਾਂਦੇ, ਜ਼ਖਮ ਲੱਗਦੇ, ਦਰਦ ਹੁੰਦੇ, ਤੇ ਉਹ ਇੱਕ ਸੀਮਾ ਦੇ ਮੁਤਾਬਕ ਉਹਨੂੰ ਪੀ ਲੈਂਦੇ ਵੀ ਉਹ ਜ਼ਖਮ ਦੀ ਪੀੜ ਨਾ ਹੋਵੇ ਤੇ ਜ਼ਖਮ ਭਰ ਜਾਵੇ, ਠੀਕ ਹੋ ਜਾਵੇ। ਪਰ ਉਸ ਚੀਜ਼ ਨੂੰ ਅੱਗੇ ਤੋਂ ਅੱਗੇ ਜਿਵੇਂ ਜਿਵੇਂ ਉਹ ਚੀਜ਼ ਵੱਧਦੀ ਗਈ, ਉਹਦਾ ਸਵਾਦ ਵੱਧਦਾ ਗਿਆ। ਅੱਜ ਬਹੁਤਾ ਰੱਜ ਰੱਜ ਕੇ ਪੀਤਾ ਜਾਂਦਾ, ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਬੈਠਾ, ਕਿੱਥੇ ਸੁੱਤਾ, ਕੀ ਕਰਦਾ ਪਿਆ। ਉਸ ਚੀਜ਼ ਨੂੰ ਅੱਜ ਨਸ਼ੇ ਦੇ ਵਿੱਚ ਵਰਤ ਲਿਆ। ਹਿੰਦੁਸਤਾਨ ਦੇ ਪੀਰ ਫਕੀਰ ਜਿਹੜੇ ਸਨ, ਜਾਂ ਆਪਾਂ ਕਹਿ ਲਈਏ ਸਿੱਧ, ਉਹ ਇਸ ਭੰਗ ਨੂੰ ਸੇਵਨ ਕਰਦੇ ਪੀਂਦੇ ਸਨ। ਤੇ ਬਾਦਸ਼ਾਹ ਬਾਬਰ ਨੇ ਸੋਚਿਆ ਵੀ ਇਹ ਵੀ ਤੇ ਸਾਧੂ ਨੇ, ਮੈਂ ਇਹਨਾਂ ਨੂੰ ਇੱਕ ਭੰਗ ਦਾ ਪਿਆਲਾ ਦੇਵਾਂ, ਪੀ ਕੇ ਖੁਸ਼ ਹੋਣਗੇ ਤੇ ਮੈਨੂੰ ਵਰ ਦੇਣਗੇ। ਇਹ ਸੋਚ ਕੇ ਉਸ ਬਾਦਸ਼ਾਹ ਨੇ ਮਹਾਰਾਜ ਦੇ ਅੱਗੇ ਪਿਆਲਾ ਕੀਤਾ ਭੰਗ ਦਾ, ਲਓ ਮਹਾਰਾਜ ਆਪ ਜੀ ਪ੍ਰਸ਼ਾਦ ਛਕੋ, ਭੰਗ ਛਕ ਲਵੋ, ਮੈਂ ਤੁਹਾਡੇ ਵਾਸਤੇ ਇਹ ਖਾਸ ਬਣਵਾ ਕੇ ਲੈ ਕੇ ਆਇਆ, ਮੇਰੇ ਦੇਸ਼ ਦੀ ਬੂਟੀ ਹੈ ਖੁਰਾਸਾਨ ਦੀ, ਤੇ ਮੈਂ ਤੁਹਾਡੇ ਵਾਸਤੇ ਇਹ ਬਣਵਾ ਕੇ ਲਿਆਂਦੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਵੇਖਿਆ ਭੰਗ ਹੈ, ਤੇ ਮਹਾਰਾਜ ਕਹਿਣ ਲੱਗੇ ਬਾਬਰ ਅਸੀਂ ਤੇ ਪਹਿਲਾਂ ਹੀ ਭੰਗ ਪੀਤੀ ਬੈਠੇ ਆ, ਤੇਰੀ ਇਸ ਭੰਗ ਦੀ ਸਾਨੂੰ ਲੋੜ ਨਹੀਂ ਹੈ। ਬਾਬਰ ਨੇ ਹੈਰਾਨ ਹੋ ਕੇ ਪੁੱਛਿਆ ਮਹਾਰਾਜ ਕਿਹੜੀ ਭੰਗ ਪੀਂਦੇ ਹੋ, ਕਾਹਦੇ ਵਿੱਚ ਪਾਈ ਹੈ, ਭਾਂਡਾ ਕੋਲ ਕੋਈ ਨਹੀਂ ਹੈ, ਨਾ ਭੰਗ ਤੁਸੀਂ ਕੋਈ ਰਗੜੀ ਮੈਂ ਵੇਖੀ, ਨਾ ਪੀਤੀ, ਕਿਹੜੀ ਭੰਗ ਪੀਤੀ ਹੈ, ਕਿਹੜਾ ਭਾਂਡਾ ਤੁਹਾਡੇ ਕੋਲ। ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸ਼ਬਦ ਦੇ ਦੁਆਰਾ ਬਖਸ਼ਿਸ਼ ਕਰਦੇ ਹਨ, ਭਉ ਤੇਰਾ ਭਾਂਗ। ਮਹਾਰਾਜ ਕਹਿਣ ਲੱਗੇ ਜਿਹੜਾ ਰੱਬ ਦਾ ਡਰ ਅਸੀਂ ਧਾਰਨ ਕੀਤਾ ਨਾ, ਵੀ ਉਹ ਪਰਮਾਤਮਾ ਸਦ ਵੇਖਦਾ ਪਿਆ। ਜੇ ਰੱਬ ਤੋਂ ਡਰਨਾ ਹੈ ਤੇ ਇਹ ਮੰਨਣਾ ਪਵੇਗਾ ਵੀ ਉਹ ਮੈਨੂੰ ਵੇਖਦਾ ਪਿਆ, ਮੇਰਾ ਪੈਰ ਪੈਰ ਕਦਮ ਕਦਮ ਦਾ ਉਹਨੂੰ ਪਤਾ। ਭਾਉ ਤੇਰਾ ਭਾਂਗ, ਪਰਮਾਤਮਾ ਜਿਹੜਾ ਤੇਰਾ ਡਰ ਹੈ ਨਾ, ਇਹ ਮੈਂ ਭੰਗ ਬਣਾਈ ਹੈ, ਤੇਰੇ ਡਰ ਰੂਪੀ ਭੰਗ ਪੀਤੀ ਹੈ। ਆ ਜਿਹੜੀ ਬਾਹਰਲੀ ਭੰਗ ਪਿਆਈ ਜਾਂਦੀ ਹੈ ਤੂੰ ਮੈਨੂੰ ਲਿਆ ਕੇ ਦਿੱਤੀ ਹੈ, ਇਹ ਭੰਗ ਦੀ ਲੋੜ ਨਹੀਂ। ਅਸੀਂ ਤੇ ਪਰਮਾਤਮਾ ਦੇ ਡਰ ਦੇ ਵਿੱਚ ਰਹਿੰਦੇ, ਉਹ ਡਰ ਰੂਪੀ ਭੰਗ ਪੀਤੀ ਬੈਠੇ ਆ, ਸਾਨੂੰ ਆ ਦੁਨਿਆਵੀ ਭੰਗ ਦੀ ਲੋੜ ਨਹੀਂ ਹੈ। ਭਾਉ ਤੇਰਾ ਭਾਂਗ, ਭਾਉ ਤੋਂ ਭਾਵ ਹੈ ਡਰ, ਇਹ ਤੇਰੇ ਡਰ ਰੂਪੀ ਅਸੀਂ ਭੰਗ ਪੀਤੀ ਹੋਈ ਹੈ। ਖਲੜੀ ਮੇਰਾ ਚੀਤ, ਅਤੇ ਇਹ ਖਲੜੀ ਜਿਹੜੀ ਹੈ ਜਿਹਦੇ ਵਿੱਚ ਭੰਗ ਪਾਈ ਜਾਂਦੀ ਹੈ, ਜਿਹੜੇ ਸਾਧੂ ਸਨ ਨਾ ਉਸ ਵੇਲੇ, ਭੰਗ ਬਹੁਤੀ ਰਗੜ ਲੈਣੀ ਤੇ ਮੁੜ ਕੇ ਖਲੜੀ ਦੇ ਵਿੱਚ ਪਾ ਕੇ ਕੁਝ ਪੀ ਲੈਣੀ, ਕੁਝ ਖਲੜੀ ਵਿੱਚ ਪਾ ਕੇ ਰੱਖ ਲੈਣੀ ਵੀ ਬਾਅਦ ਵਿੱਚ ਫਿਰ ਪੀਵਾਂਗੇ। ਬਾਬਰ ਬਾਦਸ਼ਾਹ ਨੇ ਪੁੱਛਿਆ ਮਹਾਰਾਜ ਤੁਹਾਡੇ ਕੋਲ ਭਾਂਡਾ ਵੀ ਪਾਉਣ ਵਾਲਾ ਨਹੀਂ। ਮਹਾਰਾਜ ਕਹਿਣ ਲੱਗੇ ਖਲੜੀ ਮੇਰਾ ਚੀਤ, ਮੇਰਾ ਜਿਹੜਾ ਚਿੱਤ ਹੈ ਇਹੋ ਹੀ ਇਸ ਭੰਗ ਨੂੰ ਪਾਉਣ ਵਾਲਾ ਹੈ। ਡਰ ਰੂਪੀ ਭੰਗ ਹੈ ਤੇ ਮੇਰੇ ਚਿੱਤ ਰੂਪੀ ਭਾਂਡਾ ਹੈ। ਮੈਂ ਆਪਣੇ ਮਨ ਦੇ ਵਿੱਚ ਜਿਹੜਾ ਰੱਬ ਦਾ ਡਰ ਮੰਨੀ ਬੈਠਾ ਨਾ, ਹਰ ਵੇਲੇ ਕੋਈ ਵੀ ਕੰਮ ਕਰਨ ਤੋਂ ਡਰਦਾ ਹਾਂ, ਸੰਕੋਚ ਕਰਦਾ, ਭੈ ਰੱਖਦਾ। ਇਹ ਜਿਹੜਾ ਮਨ ਵਿੱਚ ਡਰ ਰੱਖਿਆ ਹੋਇਆ ਬਾਬਰ ਬਾਦਸ਼ਾਹ, ਇਹ ਅਸੀਂ ਆਪਣੇ ਮਨ ਰੂਪੀ ਭਾਂਡੇ ਦੇ ਵਿੱਚ ਪਰਮਾਤਮਾ ਦਾ ਡਰ ਰੂਪੀ ਭੰਗ ਪਾਈ ਬੈਠੇ ਆ। ਇਹ ਭੰਗ ਅਸੀਂ ਛਕਦੇ ਆ ਜਿਹੜਾ ਪਰਮਾਤਮਾ ਦਾ ਡਰ ਰੱਖਿਆ ਹੋਇਆ। ਆ ਦੁਨਿਆਵੀ ਭੰਗ ਦੀ, ਨਸ਼ੇ ਦੀ ਸਾਨੂੰ ਲੋੜ ਨਹੀਂ ਹੈ। ਭਾਉ ਤੇਰਾ ਭਾਂਗ, ਡਰ ਹੀ ਤੇਰਾ ਭੰਗ ਹੈ। ਖਲੜੀ ਮੇਰਾ ਚੀਤ, ਮੇਰਾ ਚਿੱਤ ਖਲੜੀ ਹੈ, ਉਹ ਭਾਂਡਾ ਹੈ ਜਿਹਦੇ ਵਿੱਚ ਭੰਗ ਪਾਈ ਹੋਈ ਹੈ। ਅਸੀਂ ਮਨ ਰੂਪੀ ਭਾਂਡੇ ਦੇ ਵਿੱਚ ਪਰਮਾਤਮਾ ਤੇਰਾ ਡਰ ਰੂਪ ਇਹ ਭੰਗ ਪਾਈ ਬੈਠੇ ਤੇ ਤੂੰ ਡਰਦੇ ਹਾਂ ਹਰ ਵੇਲੇ।
ਐਸੀ ਸਾਡੀ ਦਸ਼ਾ ਹੈ। ਮੈਂ ਦੀਵਾਨਾ ਭਇਆ ਅਤੀਤ। ਅਤੀਤ ਤੋਂ ਭਾਵ ਹੁੰਦਾ ਗੁਰਮੁਖੋ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਣਾ। ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ, ਇਹਨਾਂ ਤੋਂ ਰਹਿਤ ਹੋਣਾ। ਤੇ ਅਤੀਤ ਤੋਂ ਦੂਜਾ ਭਾਵ ਲੈ ਲੈਂਦੇ ਫਕੀਰ ਬਣ ਜਾਣਾ। ਮੈਂ ਦੀਵਾਨਾ ਭਇਆ ਅਤੀਤ। ਪਰਮਾਤਮਾ ਮੈਂ ਇਹੋ ਜਿਹਾ ਮਸਤਾਨਾ ਹੋ ਗਿਆ ਫਕੀਰਾਂ ਦੇ ਵਾਂਗ। ਜਿਵੇਂ ਦੁਨੀਆ ਦੇ ਫਕੀਰ ਜਿਹੜੇ ਨੇ ਦੁਨੀਆ ਦੀ ਪਰਵਾਹ ਛੱਡ ਕੇ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ, ਮੈਂ ਦੀਵਾਨਾ ਭਇਆ, ਮੈਂ ਵੀ ਉਹਨਾਂ ਦੇ ਵਾਂਗ ਸੰਸਾਰ ਵੱਲੋਂ ਦੀਵਾਨਾ ਹੀ ਹੋ ਗਿਆ। ਦੁਨੀਆ ਦੇ ਲੋਕ ਆਖਦੇ ਤੇ ਕਮਲਾ ਹੈ, ਇਹ ਤੇ ਝੱਲਾ ਹੈ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ। ਨਾਨਕ ਵਿਚਾਰਾ ਭਇਆ ਦੀਵਾਨਾ ਸਾਹਕਾ, ਹਾਂ ਹਰ ਬਿਨ ਅਵਰ ਨਾ ਜਾਣਾ। ਬਚਨ ਹੈ ਨਾ ਬਾਣੀ ਦਾ। ਕੋਈ ਆਖਦਾ ਭੂਤਨਾ ਬਣ ਗਿਆ, ਕੋਈ ਆਖਦਾ ਵੀ ਇਹ ਮਸਤਾਨਾ ਹੋ ਗਿਆ, ਕੋਈ ਆਖਦਾ ਇਹ ਮਨੁੱਖ ਹੈ, ਕੋਈ ਆਖਦਾ ਵੀ ਇਹਦਾ ਤੇ ਨਾਮ ਮਾਤਾ ਪਿਤਾ ਨੇ ਗੁਰੂ ਨਾਨਕ ਰੱਖਿਆ। ਪਰ ਮੈਂ ਤੇ ਉਸ ਅਕਾਲ ਪੁਰਖ ਦਾ ਦੀਵਾਨਾ ਹਾਂ। ਇੱਥੇ ਮਹਾਰਾਜ ਕਹਿਣ ਲੱਗੇ ਮੈਂ ਦੀਵਾਨਾ ਭਇਆ। ਮੈਂ ਦੀਵਾਨਾ ਕਹੀਏ ਮਸਤਾਨਾ ਹੋ ਗਿਆ ਸੰਸਾਰ ਦੇ ਵੱਲੋਂ। ਦੁਨੀਆ ਦੇ ਲੋਕ ਮਸਤਾਨਾ ਕਹਿੰਦੇ, ਪਰ ਮੈਂ ਅਤੀਤ ਹਾਂ, ਤਿੰਨਾਂ ਗੁਣਾਂ ਤੋਂ ਰਹਿਤ ਹਾਂ। ਜਾਂ ਅਤੀਤ ਕਹੀਏ ਇਹੋ ਜਿਹਾ ਫਕੀਰ ਬਣਿਆ ਹਾਂ ਕਿ ਮੈਂ ਦੁਨੀਆ ਦੇ ਵੱਲੋਂ ਸੰਸਾਰ ਵੱਲੋਂ ਦੀਵਾਨਾ ਹੋ ਗਿਆ ਹਾਂ। ਕਰ ਕਾਸਾ ਦਰਸ਼ਨ ਕੀ ਭੂਖ। ਉਸ ਵੇਲੇ ਆਖਿਆ ਬਾਦਸ਼ਾਹ ਨੇ, ਮਹਾਰਾਜ ਤੁਹਾਡੇ ਕੋਲ ਕਾਸਾ ਕਿਹੜਾ ਹੈ? ਕਾਸਾ ਕਿਹਾ ਜਾਂਦਾ ਭਾਂਡੇ ਨੂੰ। ਕਿਹੜਾ ਭਾਂਡਾ ਇਹੋ ਜਿਹਾ ਰੱਖੀ ਬੈਠੇ ਜਿਹਦੇ ਨਾਲ ਤੁਸੀਂ ਇਹ ਪਿਆਲੇ ਭਰ ਭਰ ਕੇ ਇਸ ਭੰਗ ਦੇ ਪੀਂਦੇ ਹੋ? ਮਹਾਰਾਜ ਕਹਿਣ ਲੱਗੇ ਕਰ ਕਾਸਾ। ਜਿਹੜਾ ਸਾਡਾ ਕਰ ਹੱਥ ਹੈ ਨਾ, ਇਹ ਹੱਥ ਹੀ ਸਾਡਾ ਭਾਂਡਾ ਹੈ। ਹੱਥ ਰੂਪੀ ਭਾਂਡੇ ਦੇ ਨਾਲ ਪਰਮਾਤਮਾ ਦਾ ਡਰ ਰੂਪੀ ਭੰਗ ਨੂੰ ਅਸੀਂ ਪੀਂਦੇ ਹਾਂ। ਜਿਵੇਂ ਪ੍ਰਤੱਖ ਭੰਗ ਪੀਣ ਵਾਸਤੇ ਗਲਾਸ ਚਾਹੀਦਾ, ਬਾਟਾ ਚਾਹੀਦਾ, ਇਸੇ ਤਰ੍ਹਾਂ ਮਹਾਰਾਜ ਤੁਸੀਂ ਆਖਦੇ ਹੋ ਵੀ ਮੈਂ ਡਰ ਪਰਮਾਤਮਾ ਦਾ ਧਾਰਨ ਕੀਤਾ, ਇਹ ਭੰਗ ਪੀਤੀ ਹੈ। ਪਰ ਪੀਤੀ ਕਾਹਦੇ ਨਾਲ? ਮਹਾਰਾਜ ਕਹਿਣ ਲੱਗੇ ਕਰ ਕਾਸਾ। ਇਹ ਜਿਹੜੇ ਮੇਰੇ ਹੱਥ ਨੇ ਨਾ, ਇਹਨਾਂ ਦੇ ਨਾਲ ਚੋਰੀ, ਯਾਰੀ, ਠੱਗੀ, ਬੁਰਾ ਕੰਮ, ਦੁਰਾਚਾਰ, ਇਹਨਾਂ ਦੇ ਵੱਲੋਂ ਆਪਣੇ ਹੱਥਾਂ ਨੂੰ ਜਿਹੜਾ ਬਚਾਇਆ ਹੋਇਆ ਹੈ, ਇਹ ਮਹਾਰਾਜ ਕਹਿੰਦੇ ਵੀ ਅਸੀਂ ਭਾਂਡਾ ਬਣਾਇਆ ਹੋਇਆ ਹੈ। ਹੱਥ ਰੂਪੀ ਭਾਂਡੇ ਦੇ ਨਾਲ ਡਰ ਰੂਪੀ ਭੰਗ ਨੂੰ ਅਸੀਂ ਛਕਦੇ ਹਾਂ। ਦਰਸ਼ਨ ਕੀ ਭੂਖ। ਪਰਮਾਤਮਾ ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ ਹੈ ਹਰ ਵੇਲੇ। ਬਾਬਰ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਭੰਗ ਪੀ ਕੇ ਤੇ ਭੁੱਖ ਲੱਗਦੀ ਹੈ, ਹਾਜਮਾ ਠੀਕ ਹੋ ਜਾਂਦਾ ਹੈ। ਬਾਦਸ਼ਾਹ ਕਹਿਣ ਲੱਗੇ ਸਾਨੂੰ ਵੀ ਭੁੱਖ ਲੱਗੀ ਹੈ, ਪਰ ਦੁਨਿਆਵੀ ਪਦਾਰਥਾਂ ਦੀ ਨਹੀਂ ਲੱਗੀ ਹੈ। ਸਾਨੂੰ ਭੁੱਖ ਲੱਗੀ ਹੈ ਪਰਮਾਤਮਾ ਤੇਰੇ ਦਰਸ਼ਨਾਂ ਦੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਸਾਨੂੰ ਵੀ ਭੁੱਖ ਲੱਗੀ ਹੈ, ਪਰ ਉਹਦੇ ਦਰਸ਼ਨਾਂ ਦੀ ਲੱਗੀ ਹੋਈ ਹੈ। ਸਾਨੂੰ ਵੀ ਪਿਆਸ ਲੱਗੀ ਹੈ, ਉਹਦੇ ਨਾਮ ਦੀ ਪਿਆਸ ਲੱਗੀ ਹੋਈ ਹੈ। ਅਸੀਂ ਉਹਦੇ ਦਰਸ਼ਨਾਂ ਦੀ ਭੁੱਖ ਦੇ ਵਿੱਚ ਜਿਉਂਦੇ ਹਾਂ। ਮੈਂ ਦਰ ਮੰਗੋ ਨੀਤਾ ਨੀਤ। ਸਤਿਗੁਰੂ ਬਖਸ਼ਿਸ਼ ਕਰਦੇ, ਮੈਂ ਆਪ ਜੀ ਦੇ ਇਹ ਸਤ ਸੰਗਤ ਰੂਪੀ ਦਰਵਾਜ਼ੇ ਦੇ ਉੱਪਰ, ਇਹ ਜਿਹੜੀ ਸਤ ਸੰਗਤ ਹੈ ਨਾ, ਇਹ ਸੱਚਖੰਡ ਦਾ ਦਰਵਾਜ਼ਾ ਹੈ ਭਾਈ। ਮੈਂ ਪ੍ਰਮਾਤਮਾ ਤੇਰੇ ਸਤ ਸੰਗਤ ਰੂਪੀ ਦਰਵਾਜ਼ੇ ਦੇ ਉੱਪਰ ਖੜ ਕੇ ਮੰਗੋ ਨੀਤਾ ਨੀਤ। ਮੈਂ ਨਿਤਾ ਪ੍ਰਤੀ ਰੋਜ਼ ਹੀ ਮੰਗਦਾ, ਰੋਜ਼ ਹੀ ਖੈਰ ਮੰਗਦਾ ਤੇਰੇ ਦਰਸ਼ਨਾਂ ਦੀ। ਇਹ ਨਿਤਾ ਪ੍ਰਤੀ ਮੇਰਾ ਇਹ ਕਰਮ ਬਣਿਆ ਹੋਇਆ। ਹਰ ਰੋਜ਼ ਆ ਕੇ ਮੈਂ ਝੋਲੀ ਅੱਡ ਲੈਂਦਾ, ਪਰਮਾਤਮਾ ਅੱਜ ਖੈਰ ਪਾ ਦੇ। ਨਹੀਂ ਖੈਰ ਪੈਂਦੀ, ਅਗਲੇ ਦਿਨ ਫਿਰ ਆ ਜਾਂਦਾ, ਅੱਜ ਖੈਰ ਪਾ ਦੇ। ਮੈਂ ਰੋਜ਼ ਖੈਰ ਮੰਗਦਾ ਪਿਆ, ਕਿਉਂਕਿ ਮੈਨੂੰ ਭਰੋਸਾ ਹੈ ਕਿ ਮੈਨੂੰ ਇੱਥੋਂ ਦਾਤ ਮਿਲ ਜਾਏ। ਇੱਕ ਫਕੀਰ ਆ ਗਿਆ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਹਰਗੋਬਿੰਦਪੁਰੇ ਦੀ ਧਰਤੀ ਤੇ ਟਿਕੇ ਹੋਏ, ਤੇ ਫਕੀਰ ਆ ਕੇ ਮਹਾਰਾਜ ਦੇ ਦਰਵਾਜ਼ੇ ਤੇ ਬੈਠਦਾ, ਕਹਿਣ ਲੱਗਾ ਜਾਨੀ ਕੋ ਜਾਨੀ ਮਿਲਾ ਦੇ। ਜਾਨੀ ਇਸ ਫਕੀਰ ਦਾ ਨਾਮ ਸੀ। ਜਾਨੀ ਕੋ ਭਾਵ ਕੇ ਮੈਨੂੰ ਜਿਹੜਾ ਜਾਨੀ ਪ੍ਰਮਾਤਮਾ ਉਹਦੇ ਨਾਲ ਮਿਲਾ ਦੇ। ਰੋਜ਼ ਉਹਨੇ ਆ ਕੇ ਕਹਿਣਾ ਜਾਨੀ ਕੋ ਜਾਨੀ ਮਿਲਾ ਦੇ। ਉਹਦੀ ਰਮਜ ਨੂੰ ਕੋਈ ਨਾ ਸਮਝੇ ਵੀ ਇਹ ਕੀ ਕਹਿੰਦਾ ਹੈ, ਇਹਦਾ ਭਾਵ ਕੀ ਹੈ। ਸਾਰੇ ਆਖਦੇ ਤੇ ਕਮਲਾ ਹੈ, ਝੱਲਾ ਹੈ, ਇਹ ਕੋਈ ਗੱਲ ਕਰਦਾ ਜਾਨੀ ਕੋ ਜਾਨੀ ਮਿਲਾ ਦੇ। ਤੇ ਸਤਿਗੁਰੂ ਰੋਜ਼ ਬਚਨ ਉਹਦਾ ਸੁਣਦੇ। ਹੁਣ ਮਹਾਰਾਜ ਤੇ ਜਾਣਦੇ, ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਜਿੱਥੇ ਪੀਰ ਬੈਠਾ ਹੈ ਨਾ, ਜਾਨੀ ਕੋ ਜਾਨੀ ਮਿਲਾ ਦੇ ਕਹਿਣ ਵਾਲਾ, ਇਹਦੇ ਅਗਲੇ ਪਾਸੇ ਇੱਕ ਕੰਧ ਬਣਾ ਦਿਓ, ਸਾਨੂੰ ਵੇਖ ਨਾ ਸਕੇ।
ਸਿੱਖਾਂ ਨੇ ਹੁਕਮ ਮੰਨਿਆ, ਕੰਧ ਬਣਾ ਦਿੱਤੀ। ਉਹ ਕੰਧ ਦੇ ਪਰਲੇ ਬੰਨੇ ਦੂਜੇ ਪਾਸੇ ਬੈਠਾ। ਜਿੰਨਾ ਚਿਰ ਤੇ ਕੰਧ ਨੀਵੀਂ ਹੈ ਉਹਨਾਂ ਚਿਰ ਤੇ ਅੱਡੀਆਂ ਚੁੱਕ ਚੁੱਕ ਕੇ ਉੱਪਰ ਉੱਠ ਉੱਠ ਕੇ ਵੇਖਦਾ ਰਿਹਾ ਤੇ ਉਹ ਗੱਲ ਹੀ ਕਰਦਾ ਰਿਹਾ ਵੀ ਜਾਨੀ ਕੋ ਜਾਨੀ ਮਿਲਾ ਦੇ। ਜਦੋਂ ਕੰਧ ਬਹੁਤ ਉੱਚੀ ਹੋ ਗਈ ਤੇ ਫਿਰ ਬੈਠ ਗਿਆ ਕੰਧ ਦੇ ਦੂਜੇ ਪਾਸੇ ਤੇ ਬਚਨ ਉਹੀ ਕਰ ਛੱਡਦਾ ਵੀ ਜਾਨੀ ਕੋ ਜਾਨੀ ਮਿਲਾ ਦੇ। ਰੋਜ਼ ਕਹਿੰਦਾ। ਉਹਦਾ ਭਾਵ ਇਹ ਆ ਵੀ ਕਦੇ ਤੇ ਖੈਰ ਪੈ ਗਈ। ਸਤਿਗੁਰੂ ਕਈ ਦਿਨ ਬਚਨ ਸੁਣਦੇ ਰਹੇ। ਸਿੱਖਾਂ ਨੇ ਦੱਸਿਆ ਮਹਾਰਾਜ ਇਹ ਰੋਜ਼ ਇੱਕੋ ਹੀ ਬਚਨ ਕਰਦਾ, ਰੋਜ਼ ਹੀ ਆਖੀ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਾਓ ਉਸ ਪੀਰ ਨੂੰ ਜਾ ਕੇ ਇਹ ਗੱਲ ਕਹਿ ਦਿਓ, ਇਹ ਜਿਹੜਾ ਬਿਆਸ ਦਰਿਆ ਵਗਦਾ ਪਿਆ ਨਾ ਇਹਦੇ 'ਚ ਛਾਲ ਮਾਰ ਕੇ ਮਰ ਜਾਵੇ ਤੇ ਜਿਹੜੀ ਉਹ ਗੱਲ ਕਰਦਾ ਉਹ ਪੂਰੀ ਹੋ ਜਾਏ, ਫਿਰ ਅਸੀਂ ਮਿਲਾ ਦਿਆਂ। ਸਿੱਖਾਂ ਨੇ ਜਾ ਕੇ ਆਖਿਆ, ਕਹਿਣ ਲੱਗੇ ਪੀਰ ਜੀ ਮਹਾਰਾਜ ਦਾ ਹੁਕਮ ਆਇਆ ਹੈ ਵੀ ਤੂੰ ਆਸ ਦਰਿਆ ਦੇ ਵਿੱਚ ਛਾਲ ਮਾਰ ਕੇ ਤੇ ਮਰ ਜਾ। ਜਦੋਂ ਉਹਨੇ ਬਚਨ ਸੁਣਿਆ ਪੀਰ ਨੇ, ਉਸੇ ਵੇਲੇ ਉੱਠ ਕੇ ਦੌੜ ਹੀ ਪਿਆ ਦਰਿਆ ਵਾਲੇ ਪਾਸੇ। ਕਹਿਣ ਲੱਗਾ ਜਿਹੜੀ ਚੀਜ਼ ਮੈਂ ਮੰਗਦਾ ਪਿਆ ਸੀ ਵੀ ਜਾਨੀ ਕੋ ਜਾਨੀ ਮਿਲਾ ਦੇ, ਅੱਜ ਗੁਰੂ ਨੇ ਮੇਰੇ ਅੱਗੇ ਕੁਝ ਤੇ ਪ੍ਰਸਤਾਵ ਰੱਖਿਆ ਹੈ ਨਾ, ਕੋਈ ਤੇ ਬਚਨ ਕੀਤਾ ਹੈ ਨਾ। ਜੇ ਮੰਨ ਲਓ ਡੁੱਬ ਕੇ ਮਰਨ ਵਾਸਤੇ ਆਖਿਆ, ਮੈਂ ਡੁੱਬ ਕੇ ਮਰ ਜਾਂਦਾ। ਗੁਰੂ ਦਾ ਬਚਨ ਮੰਨਾਂਗਾ ਤੇ ਭਲਾ ਹੋਵੇਗਾ। ਦੌੜ ਪਿਆ ਦਰਿਆ ਵਾਲੇ ਪਾਸੇ। ਮਹਾਰਾਜ ਨੇ 2-4 ਸਿੱਖ ਮਗਰ ਭਜਾਏ। ਕਹਿਣ ਲੱਗੇ ਵੀ ਜਦੋਂ ਛਾਲ ਮਾਰੇ ਉਦੋਂ ਪਾਣੀ ਵਿੱਚੋਂ ਕੱਢ ਲਿਆ। ਜਦੋਂ ਉਹਨੇ ਪਾਣੀ ਵਿੱਚ ਜਾ ਕੇ ਛਾਲ ਮਾਰੀ, ਮਗਰੇ ਸਿੱਖਾਂ ਨੇ ਛਾਲਾਂ ਮਾਰੀਆਂ ਤੇ ਪੀਰ ਨੂੰ ਕੱਢ ਲਿਆਂਦਾ, ਮਹਾਰਾਜ ਦੇ ਕੋਲ ਲਿਆਂਦਾ ਗਿਆ। ਮਹਾਰਾਜ ਨੇ ਬੜੀ ਖੁਸ਼ੀ ਕਰਦਿਆਂ ਹੋਇਆ ਉਹਦੇ ਉੱਪਰ ਬਖਸ਼ਿਸ਼ ਕੀਤੀ, ਉਹਨੂੰ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਈ। ਅੱਜ ਵੀ ਤੁਸੀਂ ਜਾਂਦੇ ਹੋ ਨਾ ਸ੍ਰੀ ਹਰਗੋਬਿੰਦਪੁਰੇ ਮਹਾਰਾਜ ਦੇ ਸਥਾਨ ਦੇ ਦਰਸ਼ਨ ਕਰਨ ਵਾਸਤੇ, ਉਹਦੀ ਯਾਦਗਾਰ ਉਸ ਪੀਰ ਦੀ ਬਣੀ ਹੋਈ ਹੈ ਜਿਹੜਾ ਪੀਰ ਇਹ ਭਜਨ ਕਰਦਾ ਸੀ ਮਹਾਰਾਜ ਦੇ। ਭਾਵ ਇਹ ਹੈ ਜੇ ਰੋਜ਼ ਮੰਗਾਂਗੇ ਨਾ ਉਹਦੇ ਦਰ ਤੋਂ ਆ ਕੇ ਵੀ ਮਹਾਰਾਜ ਆ ਖੈਰ ਪਾ ਦਿਓ ਸਾਡੀ ਝੋਲੀ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਕਦੇ ਤੇ ਖੈਰ ਪੈ ਗਈ। ਜਿਵੇਂ ਉਹ ਪੀਰ ਰੋਜ਼ ਆਖਦਾ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਕਹਿਣ ਲੱਗੇ ਮੈਂ ਦਰ ਮੰਗੋ ਨੀਤਾ ਨੀਤ, ਮੈਂ ਤੇਰੇ ਦਰ ਤੇ ਆ ਕੇ ਸਤ ਸੰਗਤ ਵਿੱਚ ਖੜ ਕੇ ਰੋਜ਼ ਇਹ ਮੰਗਦਾ ਹਾਂ, ਪਰਮਾਤਮਾ ਕਿਰਪਾ ਕਰ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦੇਣਾ ਕਰੋ। ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਆਪ ਜੀ ਦੇ ਦਰਸ਼ਨਾਂ ਦੀ ਸਮਾਏ ਕਹੀਏ ਇੱਛਾ ਕਰਦਾ ਹਾਂ। ਮੇਰੀ ਇੱਛਾ ਇੱਕੋ ਹੀ ਹੈ ਵੀ ਆਪ ਜੀ ਦੇ ਦਰਸ਼ਨ ਹੋ ਜਾਣ, ਇਹਦੇ ਤੋਂ ਬਿਨਾ ਮੇਰੀ ਇੱਛਾ ਹੀ ਕੋਈ ਨਹੀਂ ਹੈ। ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਆਪ ਜੀ ਦੇ ਦਰਸ਼ਨਾਂ ਦੀ ਸਮਾਏ ਕਹੀਏ ਇੱਛਾ ਕਰਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਸਮਾਏ ਤੋਂ ਭਾਵ ਹੈ ਮਸਤ ਹੋ ਕੇ, ਮੈਂ ਮਸਤ ਹੋ ਕੇ ਆਪ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਸਮਾ ਜਾਵਾਂ, ਲੀਨ ਹੀ ਹੋ ਜਾਵਾਂ। ਸੂਰਜ ਕਿਰਨ ਮਿਲੇ ਜਲ ਕਾ ਜਲ, ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਦੂਜਾ ਅਰਥ ਵੀ ਇਸ ਤਰ੍ਹਾਂ ਕਰ ਲੈਂਦੇ ਕਿ ਮੈਂ ਪਰਮਾਤਮਾ ਆਪ ਜੀ ਦੇ ਜਿਹੜੇ ਸੁੰਦਰ ਦਰਸ਼ਨ ਕਰੋ ਸਮਾਏ, ਮਸਤ ਹੋ ਕੇ ਉਹਨਾਂ ਵਿੱਚ ਹੀ ਸਮਾ ਜਾਵਾਂ ਸਦਾ ਵਾਸਤੇ। ਐਸੀ ਆਪ ਜੀ ਕਿਰਪਾ ਕਰਨੀ ਕਰੋ। ਮੈਂ ਦਰ ਮੰਗਤ ਭੀਖਿਆ ਪਾਏ, ਆਪ ਜੀ ਦੇ ਦਰ ਦਾ ਮੰਗਤਾ ਹਾਂ ਤੇ ਮੇਰੇ ਪਰਮਾਤਮਾ ਕਿਰਪਾ ਕਰਕੇ ਇਹ ਭਿਖਿਆ ਮੈਨੂੰ ਆਪ ਜੀ ਬਖਸ਼ਿਸ਼ ਕਰ ਦਿਓ। ਭਿਖਿਆ ਤੋਂ ਭਾਵ ਹੁੰਦਾ ਦਾਨ ਖੈਰਾਤ। ਮੈਂ ਮੰਗਤਾ ਬਣ ਕੇ ਖੈਰਾਤ ਮੰਗਦਾ ਪਿਆ, ਆਪ ਜੀ ਕਿਰਪਾ ਕਰੋ ਮੈਨੂੰ ਇਹ ਜਿਹੜੀ ਭਿਖਸ਼ਾ ਹੈ ਆਪ ਜੀ ਦੇ ਦੇਵੋ ਤਾਂ ਕਿ ਮੇਰਾ ਭਲਾ ਹੋ ਜਾਵੇ। ਐਸੀ ਬੇਨਤੀ ਮਹਾਰਾਜ ਕਰਨ ਵਾਸਤੇ ਆਖਦੇ ਹਨ। ਰਹਾਉ ਕੇਸਰ ਕੁਸਮ ਮਿਰਗ ਮੈਂ, ਹਰਨਾ ਸਰਬ ਸਰੀਰੀ ਚੜਨਾ। ਮਹਾਰਾਜ ਬਖਸ਼ਿਸ਼ ਕਰਦੇ। ਉਸ ਵੇਲੇ ਆਖਿਆ ਬਾਦਸ਼ਾਹ ਨੇ, ਮਹਾਰਾਜ ਨੀਵੀਂ ਜਾਤ ਵਾਲੇ ਥੋੜੀ ਭਗਤ ਹੋ ਸਕਦੇ। ਦੁਨੀਆ ਵਿੱਚ ਮੰਨਿਆ ਜਾਂਦਾ ਵੀ ਜਿਹਦੀ ਜਾਤ ਉੱਚੀ ਹੈ ਭਗਤ ਉਹੀ ਹੋ ਸਕਦਾ, ਭਗਤੀ ਉਹੀ ਕਰ ਸਕਦਾ, ਰੱਬ ਦੇ ਦਰ ਤੇ ਉਹੀ ਪਹੁੰਚ ਸਕਦਾ। ਮਹਾਰਾਜ ਨੀਵੀਂ ਜਾਤ ਵਾਲਾ ਕਿਵੇਂ ਪ੍ਰਵਾਨ ਹੋ ਸਕਦਾ? ਮਹਾਰਾਜ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਹੋ ਸਕਦਾ ਹੈ ਜਿਵੇਂ ਕੇਸਰ ਨਾਮ ਹੈ ਕੁੰਗੂ ਦਾ। ਹੁਣ ਕੇਸਰ ਨੂੰ ਰਗੜਨਾ ਰਾਜਾ ਤੇ ਨਹੀਂ ਨਾ ਰਗੜੇਗਾ, ਕੌਣ ਰਗੜੇਗਾ? ਰਾਜੇ ਦਾ ਨੌਕਰ ਰਗੜੇਗਾ। ਨੌਕਰ ਕਿਸੇ ਵੀ ਜਾਤ ਦਾ ਹੋਵੇ ਪਰ ਰਗੜਿਆ ਹੋਇਆ ਉਹ ਕੇਸਰ ਪ੍ਰਵਾਨ ਹੁੰਦਾ, ਭਾਵੇਂ ਰਗੜਿਆ ਕਿਸੇ ਵੀ ਜਾਤ ਵਾਲੇ ਨੇ ਹੋਵੇ, ਨੌਕਰ ਹੋਵੇ ਨੀਵੀਂ ਜਾਤ ਵਾਲਾ, ਉਹਦਾ ਰਗੜਿਆ ਹੋਇਆ ਕੇਸਰ ਮਨਜ਼ੂਰ ਹੁੰਦਾ ਹੈ ਕਿ ਨਹੀਂ ਹੁੰਦਾ? ਹੁੰਦਾ ਹੈ ਜ਼ਰੂਰ। ਚੜ੍ਹਦਾ ਹੈ ਪਰਮਾਤਮਾ ਦੇ ਭਗਵਾਨ ਦੇ ਦਰ ਤੇ।
ਤੇ ਕੁਸਮ ਨਾਮ ਗੁਰਮੁਖੋ ਫੁੱਲ ਦਾ। ਫੁੱਲ ਭਾਵੇਂ ਗੁਲਾਬ ਦਾ ਤੇ ਭਾਵੇਂ ਗੰਡੇ ਦਾ ਤੇ ਭਾਵੇਂ ਚਮੇਲੀ ਦਾ। ਹੁਣ ਫੁੱਲ ਨੂੰ ਰਾਜਾ ਥੋੜੀ ਤੋੜ ਕੇ ਲਿਆਉਂਦਾ ਬਾਗ ਦੇ ਵਿੱਚੋਂ। ਫੁੱਲ ਨੂੰ ਵੀ ਤੇ ਕੋਈ ਗਰੀਬ ਹੀ ਤੋੜ ਕੇ ਲਿਆਉਂਦਾ ਨਾ, ਮਾਲੀ ਤੋੜ ਕੇ ਲਿਆਉਂਦਾ। ਉਹ ਭਈਆ ਹੋ ਸਕਦਾ, ਉਹ ਕਿਸੇ ਨੀਵੀਂ ਜਾਤ ਦਾ ਹੋ ਸਕਦਾ, ਕੋਈ ਗਰੀਬ ਹੋ ਸਕਦਾ। ਪਰ ਕਹਿਣ ਲੱਗੇ ਫੁੱਲ ਤੋੜਿਆ ਤੇ ਕਿਸੇ ਗਰੀਬ ਨੇ ਹੀ ਨਾ, ਮਾੜੇ ਕਿਸੇ ਵਿਚਾਰੇ ਗਰੀਬ ਬੰਦੇ ਨੇ, ਜਿਹਨੂੰ ਨੀਵੀਂ ਜਾਤ ਦਾ ਮੰਨਿਆ ਜਾਂਦਾ। ਫੁੱਲ ਤੇ ਉਹੀ ਤੋੜ ਕੇ ਲਿਆਇਆ, ਪਰ ਉਹਦਾ ਫੁੱਲ ਤੇ ਪ੍ਰਵਾਨ ਹੋਇਆ ਨਾ। ਆਰਤੀ ਦੇ ਵਿੱਚ ਫੁੱਲ ਸੁੱਟੇ ਜਾਂਦੇ, ਫੁੱਲਾਂ ਦਾ ਹਾਰ ਪਰੋਇਆ ਜਾਂਦਾ। ਹਾਰ ਪਰੋ ਕੇ ਭਗਵਾਨ ਦੇ ਜਾਂ ਮੂਰਤੀ ਦੇ ਗਲ ਵਿੱਚ ਪਾਇਆ ਜਾਂਦਾ। ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਹੁਣ ਫੁੱਲ ਰਾਜਾ ਤੇ ਤੋੜ ਕੇ ਨਹੀਂ ਲਿਆਇਆ, ਜਾਂ ਉੱਚੀ ਜਾਤ ਵਾਲਾ ਨਹੀਂ ਲੈ ਕੇ ਆਇਆ। ਲੈ ਕੇ ਆਇਆ ਤੇ ਕੋਈ ਗਰੀਬ ਹੈ, ਪਰ ਗਰੀਬ ਦਾ ਲਿਆਂਦਾ ਹੋਇਆ ਫੁੱਲ ਤੇ ਪ੍ਰਵਾਨ ਹੁੰਦਾ। ਤੇ ਤੀਜਾ ਬਚਨ ਮਹਾਰਾਜ ਨੇ ਵਰਤਿਆ ਮਿਰਗਮੈ। ਮਿਰਗਮੈ ਤੋਂ ਭਾਵ ਹੁੰਦਾ ਗੁਰਮੁਖੋ ਕਸਤੂਰੀ। ਜਿਹੜੀ ਕਸਤੂਰੀ ਹੈ ਨਾ, ਉਹ ਹਿਰਨ ਦੀ ਨਾਭੀ ਦੇ ਵਿੱਚ ਹੁੰਦੀ ਹੈ, ਹਿਰਨ ਦੀ ਧੁੰਨੀ ਦੇ ਵਿੱਚ। ਸਾਰੇ ਹਿਰਨਾਂ ਦੀ ਧੁੰਨੀ ਦੇ ਵਿੱਚ ਕਸਤੂਰੀ ਨਹੀਂ ਹੁੰਦੀ। ਕੋਈ ਕੋਈ ਜਿਹੜਾ ਹਿਰਨ ਹੈ ਜੰਗਲ ਵਿੱਚ ਰਹਿਣ ਵਾਲਾ, ਉਹਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ। ਹੁਣ ਕਸਤੂਰੀ ਉੱਥੋਂ ਕੱਢਣੀ ਹੈ, ਨਾਭੀ ਦੇ ਵਿੱਚੋਂ ਧੁੰਨੀ ਵਿੱਚੋਂ ਚੀਰਾ ਦੇ ਕੇ ਪਾੜ ਕੇ। ਹੁਣ ਰਾਜਾ ਤੇ ਨਹੀਂ ਨਾ ਜਾਵੇਗਾ, ਹਾਂ ਕੋਈ ਉੱਚੀ ਜਾਤ ਵਾਲਾ ਜਾਵੇਗਾ ਵੀ ਮੈਂ ਹਿਰਨ ਦੀ ਧੁੰਨੀ ਵਿੱਚੋਂ ਕਸਤੂਰੀ ਲਿਆਵਾਂ। ਉੱਥੇ ਕੋਈ ਚੰਡਾਲ ਹੀ ਭੇਜਣਾ ਪਵੇਗਾ, ਉੱਥੇ ਕੋਈ ਭੇਜਣਾ ਪਵੇਗਾ ਜਿਹੜਾ ਇਹ ਕੰਮ ਕਰਦਾ ਹੈ। ਚਮੜੇ ਦਾ ਜਿਹਦਾ ਕੰਮ ਹੈ, ਕੋਈ ਚੰਡਾਲ ਚਲੇ ਗਿਆ, ਕੋਈ ਹੋਰ ਚਲੇ ਗਿਆ, ਉਹ ਜਾ ਕੇ ਚੀਰਾ ਦੇਵੇਗਾ, ਧੁੰਨੀ ਦੇ ਵਿੱਚੋਂ ਕਸਤੂਰੀ ਕੱਢੇਗਾ। ਪਰ ਮਹਾਰਾਜ ਕਹਿਣ ਲੱਗੇ ਉਹ ਕਸਤੂਰੀ ਰੱਬ ਦੇ ਦਰ ਤੇ ਪ੍ਰਵਾਨ ਹੁੰਦੀ ਹੈ, ਮੰਨੀ ਜਾਂਦੀ ਹੈ ਨਾ, ਉਹਨੂੰ ਪਵਿੱਤਰ ਵਸਤੂਆਂ ਵਿੱਚ ਮੰਨਿਆ ਜਾਂਦਾ ਤੇ ਕਸਤੂਰੀ ਨੂੰ ਜੱਗ ਵਿੱਚ ਪਾਇਆ ਜਾਂਦਾ। ਮਹਾਰਾਜ ਕਹਿਣ ਲੱਗੇ ਕਸਤੂਰੀ ਹੈ, ਭਾਵੇਂ ਚੰਗੀ ਵਸਤੂ ਮੰਨਦੇ ਨੇ, ਪਰ ਲੈ ਕੇ ਕੌਣ ਆਉਂਦਾ? ਕੋਈ ਚੰਡਾਲ ਹੀ ਲੈ ਕੇ ਆਉਂਦਾ, ਕੋਈ ਚਾਮੜੀ ਚੰਮ ਦਾ ਕੰਮ ਕਰਨ ਵਾਲਾ ਲੈ ਕੇ ਆਉਂਦਾ। ਤੇ ਹਰਨਾ ਤੋਂ ਭਾਵ ਹੁੰਦਾ ਗੁਰਮੁਖੋ, ਜਿਸ ਨੂੰ ਕਿਹਾ ਜਾਂਦਾ ਮ੍ਰਿਗਸ਼ਾਲਾ। ਪਹਿਲੇ ਸਮੇਂ ਵਿੱਚ ਜਿਹੜੇ ਜੋਗੀ ਵਗੈਰਾ ਸਨ, ਆਪਣੇ ਕੋਲ ਇੱਕ ਖੱਲ ਰੱਖਦੇ ਸਨ ਥੱਲੇ ਵਿਛਾਉਣ ਵਾਸਤੇ, ਤੇ ਉੱਤੇ ਚੌਂਕੜਾ ਲਾ ਕੇ ਬੈਠਦੇ। ਤੇ ਉਹ ਖੱਲ ਜਾਂ ਤੇ ਸ਼ੇਰ ਦੀ ਲਾਈ ਜਾਂਦੀ ਜਾਂ ਫਿਰ ਹਿਰਨ ਦੀ ਲਾਈ ਜਾਂਦੀ। ਹੁਣ ਸ਼ੇਰ ਤੇ ਅੱਗੋਂ ਮਾਰਨ ਪੈਂਦਾ, ਸ਼ੇਰ ਦਾ ਤੇ ਡਰ ਹੈ, ਛੇਤੀ ਕੀਤੇ ਉਧਰ ਤੇ ਕੋਈ ਨਹੀਂ ਜਾਂਦਾ। ਹਿਰਨ ਵਿਚਾਰਾ ਕੁਝ ਨਹੀਂ ਕਹਿੰਦਾ, ਉਹਨੂੰ ਢਾ ਕੇ ਤੇ ਉਹਦੀ ਖੱਲ ਲਾ ਕੇ ਤੇ ਫਿਰ ਉਹ ਖੱਲ ਨੂੰ ਸੁਕਾ ਕੇ ਉਹਨੂੰ ਵਿਛਾਇਆ ਜਾਂਦਾ ਧਰਤੀ ਦੇ, ਤੇ ਉਹਦੇ ਉੱਪਰ ਸਾਧੂ ਜਿਹੜੇ ਬੈਠ ਕੇ ਫਿਰ ਚੌਂਕੜਾ ਲਾਉਂਦੇ। ਤੇ ਮਹਾਰਾਜ ਕਹਿਣ ਲੱਗੇ ਵੀ ਉਹ ਖੱਲ ਵੀ ਪ੍ਰਵਾਨ ਹੈ ਤੇ ਬੈਠਣ ਵਾਲਾ ਸਾਧੂ ਵੀ ਪ੍ਰਵਾਨ ਹੈ। ਪਰ ਲੈ ਕੇ ਕੌਣ ਆਇਆ? ਲੈ ਕੇ ਤੇ ਕੋਈ ਉਹੀ ਆਇਆ ਨਾ ਜਿਹਦਾ ਕੰਮ ਹੈ ਖੱਲੜੀ ਉਤਾਰਨੀ, ਚੰਮ ਲਾਉਣਾ ਪਸ਼ੂਆਂ ਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੇਸਰ ਕੁਸਮ ਮਿਰਗਮੈ ਹਰਨਾ, ਇਹ ਚਾਰ ਵਸਤੂਆਂ ਨੇ। ਪਰ ਚਾਰ ਵਸਤੂਆਂ ਨਾ ਰਾਜਾ ਲੈ ਕੇ ਆਉਂਦਾ, ਨਾ ਕੋਈ ਬਹੁਤੀ ਉੱਚੀ ਜਾਤ ਵਾਲਾ ਲੈ ਕੇ ਆਉਂਦਾ। ਲੈ ਕੇ ਉਹ ਆਉਂਦਾ ਕੋਈ ਮਾਲੀ ਹੈ, ਇਸੇ ਤਰ੍ਹਾਂ ਕੋਈ ਚੰਡਾਲ ਹੈ ਜਿਨ੍ਹਾਂ ਦਾ ਉਹ ਕੰਮ ਹੈ। ਉਹ ਨੀਵੀਂ ਕੋਈ ਜਾਤ ਵਾਲੇ ਲੈ ਕੇ ਆਉਂਦੇ ਨੇ ਸਾਰਾ ਕੁਝ, ਪਰ ਉਹਨਾਂ ਦਾ ਸਾਰਾ ਕੁਝ ਲਿਆਂਦਾ ਹੋਇਆ ਪ੍ਰਵਾਨ ਹੁੰਦਾ। ਸਾਰੀਆਂ ਵਸਤੂਆਂ ਪ੍ਰਵਾਨ ਹੁੰਦੀਆਂ ਹਨ। ਸਰਬ ਸਰੀਰੀ ਚੜਨਾ। ਇਹ ਜਿੰਨੇ ਸਰੀਰ ਆਪਾਂ ਕਸਨ ਕੀਤੇ ਨੇ, ਉਹਨਾਂ ਸਰੀਰਾਂ ਨੂੰ ਅੱਗੇ ਨਾਮ ਦਿੱਤੇ ਗਏ। ਇਹ ਫਲਾਣੀ ਜਾਤ ਹੈ, ਇਹ ਫਲਾਣੀ ਜਾਤ ਹੈ। ਹੁਣ ਜੇ ਆਪਾਂ ਜਾਤ ਦਾ ਨਾਮ ਲਵਾਂਗੇ ਨਾ, ਤੇ ਕੁਝ ਲੋਕ ਫਿਰ ਗੁੱਸਾ ਕਰ ਜਾਂਦੇ ਵੀ ਸਾਡੀ ਜਾਤ ਨੂੰ ਹੀ ਆਖਿਆ, ਨੀਵਾ ਕਿਉਂ ਕਿਹਾ? ਗੁਰੂ ਨਾਨਕ ਦੇਵ ਮਹਾਰਾਜ ਨੇ ਨੀਵਾ ਨਹੀਂ ਕਿਹਾ, ਪਰ ਬਾਕੀ ਧਰਮਾਂ ਦੇ ਲੋਕਾਂ ਨੇ ਕਥਨ ਕੀਤਾ ਹੈ ਵੀ ਆਹ ਫਲਾਣੀਆਂ ਫਲਾਣੀਆਂ ਜਾਤਾਂ ਨੀਵੀਆਂ। ਆਪਾਂ ਉਹਨਾਂ ਦਾ ਨਾਮ ਨਹੀਂ ਵਰਣਨ ਕਰਾਂਗੇ, ਪਰ ਮਹਾਰਾਜ ਕਹਿਣ ਲੱਗੇ ਵੀ ਇਹਨਾਂ ਸਾਰੇ ਸਰੀਰਾਂ ਦੀਆਂ ਲਿਆਂਦੀਆਂ ਹੋਈਆਂ ਵਸਤੂਆਂ, ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਵੀ ਇਹ ਨੀਵੀਆਂ ਜਾਤਾਂ ਨੇ, ਉਹ ਸਭ ਕੁਝ ਲਿਆਂਦਾ ਹੋਇਆ ਭਗਵਾਨ ਦੇ ਸਰੀਰ ਤੇ ਚੜ੍ਹਦਾ ਹੈ। ਫੁੱਲਾਂ ਦੀ ਮਾਲਾ ਵੀ ਗਲ ਵਿੱਚ ਪੈਂਦੀ ਹੈ, ਉੱਥੇ ਕਸਤੂਰੀ ਵੀ ਚੜ੍ਹਦੀ ਆ ਕੇ, ਉੱਥੇ ਉਹ ਮਿਰਗ ਦੀ ਛੱਲ ਵੀ ਵਿਛਾਈ ਜਾਂਦੀ ਹੈ, ਉਹਦੇ ਉੱਪਰ ਚੌਂਕੜੇ ਲੱਗਦੇ। ਮਹਾਰਾਜ ਕਹਿੰਦੇ ਚੜ੍ਹਦਾ ਹੈ ਕਿ ਨਹੀਂ ਸਾਰਾ ਕੁਝ? ਬਾਬਰ ਕਹਿਣ ਲੱਗਾ ਜੀ ਚੜ੍ਹਦਾ ਤੇ ਹੈ। ਤੇ ਮਹਾਰਾਜ ਕਹਿਣ ਲੱਗੇ ਜੇ ਉਹਨਾਂ ਦੀਆਂ ਵਸਤੂਆਂ ਲਿਆਂਦੀਆਂ ਪ੍ਰਵਾਨ ਹੋ ਸਕਦੀਆਂ, ਤੇ ਜੇ ਉਹ ਭਗਤ ਭਗਤੀ ਕਰ ਲੈਣਗੇ ਤੇ ਉਹ ਨਹੀਂ ਪ੍ਰਵਾਨ ਹੋਣਗੇ। ਕਹਿਣ ਲੱਗਾ ਮਹਾਰਾਜ ਬਚਨ ਤੇ ਤੁਹਾਡਾ ਬਿਲਕੁਲ ਠੀਕ ਹੈ। ਜੇ ਉਹਨਾਂ ਲੋਕਾਂ ਦੀਆਂ ਵਸਤੂਆਂ ਪ੍ਰਵਾਨ ਹੋ ਸਕਦੀਆਂ, ਤੇ ਫਿਰ ਉਹ ਲਿਆਉਣ ਵਾਲੇ ਵੀ ਪ੍ਰਵਾਨ ਹੋ ਸਕਦੇ ਜਿਹੜੇ ਨਾਮ ਜਪਦੇ। ਮਹਾਰਾਜ ਨੇ ਆਖਿਆ ਭਗਤਾਂ ਦੀ ਜਾਤ ਕੋਈ ਨਹੀਂ ਹੈ, ਨਾ ਜਾਤੀ ਵੇਖੀ ਜਾਂਦੀ ਹੈ, ਉੱਥੇ ਤੇ ਬੰਦਗੀ ਵੇਖੀ ਜਾਂਦੀ ਹੈ।
ਉਹ ਕਿਸੇ ਵੀ ਜਾਤ ਦਾ ਕੋਈ ਵੀ ਵਿਅਕਤੀ ਕਰ ਸਕਦਾ ਹੈ। ਸਰਬ ਸਰੀਰੀ ਚੜਨਾ, ਸਾਰਿਆਂ ਸਰੀਰਾਂ ਦਾ ਲਿਆਂਦਾ ਹੋਇਆ ਇਹ ਪਦਾਰਥ ਵਸਤੂਆਂ ਰੱਬ ਦੇ ਦਰ ਤੇ ਚੜ੍ਹਦੀਆਂ ਹਨ। ਚੰਦਨ ਭਗਤਾ ਜੋਤ ਅਨੇਹੀ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਚੰਦਨ ਹੈ, ਚੰਦਨ ਦਾ ਸੁਭਾਅ ਇਹ ਹੈ ਵੀ ਚੰਦਨ ਦਾ ਇੱਕ ਬੂਟਾ ਜੰਗਲ ਵਿੱਚ ਹੋਵੇ ਨਾ ਤੇ ਪਰਮਲ ਕਰਨਾ, ਉਹ ਸਾਰੇ ਚੰਦਨ ਦੇ ਵਿੱਚ ਲੱਕੜਾਂ, ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਸਾਰੀਆਂ ਲੱਕੜਾਂ ਵਿੱਚੋਂ। ਚੰਦਨ ਦਾ ਬੂਟਾ ਇੱਕੋ ਹੀ ਹੋਵੇ ਜੰਗਲ ਦੇ ਵਿੱਚ, ਉਹਦੀ ਖੁਸ਼ਬੂ ਇੰਨੀ ਹੈ ਵੀ ਬਾਕੀ ਜਿੰਨੇ ਵੀ ਰੁੱਖ ਆਸੇ ਪਾਸੇ ਲੱਗੇ ਨੇ ਸਾਰਿਆਂ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ। ਸਾਰਿਆਂ ਵਿੱਚੋਂ ਚੰਦਨ ਦੀ ਮਹਿਕ ਆਉਂਦੀ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਨੇ ਨਾ, ਉਹਨਾਂ ਦੀ ਜੋਤ ਕਹੀਏ, ਉਹਨਾਂ ਦੀ ਮਨਸ਼ਾ, ਉਹਨਾਂ ਦਾ ਰੁਤਬਾ, ਉਹਨਾਂ ਦਾ ਸੁਭਾਅ ਇਹੋ ਜਿਹਾ ਹੈ। ਰੱਬ ਦੇ ਭਗਤ ਦੇ ਲਾਗੇ ਕੋਈ ਵੀ ਵਸਣ ਵਾਲਾ ਹੈ, ਰੱਬ ਦੇ ਭਗਤ ਦੇ ਕੋਲ ਰਹਿਣ ਵਾਲੇ ਕੋਲ ਵੀ ਭਗਤੀ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਜਿਵੇਂ ਚੰਦਨ ਦਾ ਬੂਟਾ ਜੰਗਲ ਦੇ ਵਿੱਚ ਹੈ, ਉਹਦੀ ਖੁਸ਼ਬੂ ਬਾਕੀ ਲੱਕੜਾਂ ਵਿੱਚੋਂ ਆਈ ਹੈ। ਰੱਬ ਦਾ ਭਗਤ ਕਿਸੇ ਵੀ ਜਾਤ ਵਿੱਚੋਂ ਹੋਵੇ, ਉਹਦੇ ਕੋਲੋਂ ਤੇ ਭਗਤੀ ਦੀ ਮਹਿਕ ਆਉਣੀ ਆਉਣੀ ਹੈ। ਪਰ ਉਸ ਭਗਤ ਦੀ ਜਿਹੜੇ ਸੰਗਤ ਕਰਨ ਵਾਲੇ ਹੋਣਗੇ ਨਾ, ਉਹਨਾਂ ਕੋਲੋਂ ਵੀ ਭਗਤੀ ਦੀ ਮਹਿਕ ਆਉਣ ਲੱਗ ਪੈਂਦੀ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸ਼ਰਨ ਵਿੱਚ ਬੈਠੇ ਆ। ਮਹਾਰਾਜ ਆਪ ਤੇ ਹੈਨ ਭਗਤੀ ਨਾਮ ਦਾ ਹੀ ਰੂਪ, ਪਰ ਜਿਹੜੇ ਸੰਗਤ ਵਿੱਚ ਆ ਕੇ ਬੈਠਣਗੇ ਮਹਾਰਾਜ ਉਹਨਾਂ ਨੂੰ ਵੀ ਨਾਮ ਭਗਤੀ ਦੇ ਨਾਲ ਕਰਤਾਰਥ ਕਰ ਦੇਣਗੇ। ਉਹਨਾਂ ਦੇ ਹਿਰਦੇ ਵਿੱਚ ਵੀ ਨਾਮ ਭਗਤੀਆਂ ਮਹਾਰਾਜ ਭਰ ਦੇਣਗੇ। ਐਸੀ ਵੱਡੀ ਦਾਤ ਮਹਾਰਾਜ ਸੰਗਤ ਵਿੱਚ ਬਖਸ਼ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੰਦਨ ਪਰਮਲ ਕਰਨਾ, ਚੰਦਨ ਬਾਕੀ ਲੱਕੜਾਂ ਨੂੰ ਆਪਣੇ ਵਰਗਾ ਕਰ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਨੇ ਉਹਨਾਂ ਦਾ ਸੁਭਾਅ ਵੀ ਹੁੰਦਾ ਪਰਉਪਕਾਰ ਵਾਲਾ। ਉਹ ਦੂਜਿਆਂ ਨੂੰ ਨਾਮ ਜਪਾ ਕੇ ਆਪਣੇ ਵਰਗਾ ਹੀ ਕਰ ਲੈਂਦੇ। ਉਹਨਾਂ ਦੇ ਵਿੱਚੋਂ ਵੀ ਭਗਤੀ ਦੀ ਮਹਿਕ ਆਉਣ ਲੱਗ ਪੈਂਦੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਹੀ ਆਖਿਆ ਸੀ ਨਾ, ਭਾਈ ਮੰਝ ਜੀ ਤੁਸੀਂ ਤਰ ਗਏ, ਤੁਹਾਡੀ ਸੰਗਤ ਵਾਲੇ ਵੀ ਤਰ ਜਾਣਗੇ। ਸੰਗਤ ਤੋਂ ਭਾਵ ਇਹੀ ਹੈ ਜਿਹੜਾ ਤੁਹਾਡੇ ਕੋਲ ਬੈਠੇਗਾ, ਤੁਹਾਡੇ ਵੱਲ ਵੇਖ ਕੇ ਉਹ ਵੀ ਨਾਮ ਜਪੇਗਾ, ਉਹਦਾ ਵੀ ਭਲਾ ਹੋ ਜਾਵੇਗਾ। ਇਸ ਕਰਕੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਵਾਲੇ ਵੀ ਦੁਨੀਆ ਤੋਂ ਤਰਦੇ ਹਨ। ਸਰਬੇ ਪਰਮਲ ਕਰਨਾ, ਸਾਰਿਆਂ ਨੂੰ ਆਪਣੇ ਵਰਗਾ ਸਾਧੂ ਬਣਾ ਲੈਂਦੇ ਹਨ। ਕੇ ਪਟ ਭਾਂਡਾ ਕਹੇ ਨਾ ਕੋਏ। ਗੁਰੂ ਪਾਤਸ਼ਾਹ ਕਹਿਣ ਲੱਗੇ ਕੁਝ ਵਸਤੂਆਂ ਹੋਰਾਂ ਦਾ ਵੀ ਜ਼ਿਕਰ ਕੀਤਾ। ਗੁਰਮੁਖੋ ਘਿਓ ਨਾ ਘੇ ਨਾਮ ਘਿਓ ਦਾ ਹੀ ਹੈ। ਅੱਜ ਆਪਾਂ ਘਿਓ ਨੂੰ ਪਾ ਲੈਂਦੇ ਆ ਭਾਂਡੇ ਵਿੱਚ। ਸਾਡੇ ਕੋਲ ਸਟੀਲ ਦੇ ਡੱਬੇ ਨੇ, ਮਿੱਟੀ ਦੇ ਭਾਂਡੇ ਨੇ, ਜਾਂ ਇਸੇ ਤਰ੍ਹਾਂ ਤਾਂਬੇ ਦਾ ਭਾਂਡਾ, ਕਿਸੇ ਵਿੱਚ ਲੋਹੇ ਦੇ ਭਾਂਡੇ ਵਿੱਚ ਵੀ ਆਪਾਂ ਘਿਓ ਪਾ ਕੇ ਰੱਖ ਲੈਂਦੇ। ਪਰ ਉਹਨਾਂ ਸਮਿਆਂ ਦੇ ਵਿੱਚ ਚਮੜੇ ਦੇ ਬਣਾਏ ਜਾਂਦੇ ਬੁਝਕੇ, ਚਮੜੇ ਦੇ ਬਣਾਏ ਜਾਂਦੇ ਭਾਂਡੇ, ਉਹਦੇ ਵਿੱਚ ਘਿਓ ਭਰਿਆ ਜਾਂਦਾ। ਪਹਿਲੇ ਸਮੇਂ, ਪੁਰਾਣੇ ਸਮੇਂ ਦੇ ਵਿੱਚ ਚਮੜੇ ਦਾ ਬਣਾ ਕੇ ਥੈਲਾ, ਉਹਦੇ ਵਿੱਚ ਘਿਓ ਭਰ ਕੇ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ। ਅੱਜ ਭਾਂਡੇ ਆ ਗਏ ਨਾ, ਯੁੱਗ ਬਦਲਿਆ, ਪੈਸੇ ਵਾਲਾ ਦੁਨੀਆ ਸੰਸਾਰ ਹੋ ਗਿਆ। ਉਹਨਾਂ ਸਮਿਆਂ ਦੇ ਵਿੱਚ ਚਮੜੇ ਦਾ ਹੀ ਉਹ ਬਣਾਇਆ ਜਾਂਦਾ ਵੱਡਾ ਥੈਲਾ, ਉਹਦੇ ਵਿੱਚ ਘਿਓ ਭਰਿਆ ਜਾਂਦਾ ਇੱਕ ਥਾਂ ਤੋਂ ਦੂਜੀ ਥਾਂ ਤੇ। ਮਹਾਰਾਜ ਕਹਿਣ ਲੱਗੇ ਜਦੋਂ ਘਿਓ ਦਾ ਥੈਲਾ ਚਲਾ ਗਿਆ ਨਾ ਕਿਸੇ ਮੰਦਿਰ ਵਿੱਚ ਜਾਂ ਕਿਸੇ ਧਾਰਮਿਕ ਜਗ੍ਹਾ ਤੇ, ਉਹਦੇ ਵਿੱਚੋਂ ਘਿਓ ਕੱਢ ਕੇ ਫਿਰ ਉਸੇ ਦੀ ਜੋਤ ਜਗਦੀ ਹੈ ਮੰਦਿਰ ਦੇ ਵਿੱਚ। ਉਸੇ ਹੀ ਘਿਓ ਦੇ ਨਾਲ ਫਿਰ ਹਵਨ ਹੁੰਦਾ ਹੈ ਤੇ ਪੰਡਤ ਕੜਛੀਆਂ ਭਰ ਭਰ ਕੇ ਉਸੇ ਘਿਓ ਦੀਆਂ ਹਵਨ ਦੇ ਵਿੱਚ ਪਾਉਂਦਾ ਤੇ ਉਸੇ ਹੀ ਘਿਓ ਦੇ ਨਾਲ ਅੱਜ ਆਪਾਂ ਕਹਿ ਲਈਏ ਵੀ ਕੜਾਹ ਪ੍ਰਸ਼ਾਦ ਦੀ ਦੇਗ ਵੀ ਬਣਦੀ ਹੈ। ਪਰ ਕਦੇ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਇਹ ਵੇਖੋ ਵੀ ਘਿਓ ਆਇਆ ਕਿਹੜੇ ਭਾਂਡੇ ਵਿੱਚ ਹੈ। ਉਹਦਾ ਭਾਂਡਾ ਨਹੀਂ ਵੇਖਿਆ ਜਾਂਦਾ। ਘਿਓ ਦਾ ਗੁਣ ਹੀ ਇੰਨਾ, ਘਿਓ ਚੰਗਾ ਹੀ ਇੰਨਾ ਵੀ ਘਿਓ ਦੇ ਗੁਣ ਵੇਖ ਕੇ ਉਹਦੇ ਭਾਂਡੇ ਬਾਰੇ ਕਿਸੇ ਨੇ ਜ਼ਿਕਰ ਨਹੀਂ ਕੀਤਾ ਵੀ ਇਹ ਤੇ ਚਮੜੇ ਵਿੱਚ। ਉਦਾਂ ਕੋਈ ਚਮੜੇ ਨੂੰ ਹੱਥ ਲਾ ਦੇ, ਆਪਾਂ ਅੱਜ ਦੌੜਦੇ ਹੱਥ ਨੇੜੇ ਨਾ ਖੜੀ ਸਾਡੇ ਆ। ਚਮੜੇ ਵਾਲੇ ਬੰਦੇ ਨੂੰ ਚਮੜੇ ਦਾ ਕੱਪੜਾ ਪਾ ਲਿਆ, ਕੋਈ ਜੁੱਤਾ ਪਾ ਲਿਆ, ਕੋਈ ਬੈਲਟ ਵਗੈਰਾ ਲਾ ਲਈ ਹੈ ਤੇ ਉਸ ਨੂੰ ਮੰਦਰ ਤੇ ਨਹੀਂ ਚੜਨ ਦਿੱਤਾ ਜਾਂਦਾ, ਮੋੜ ਦਿੱਤਾ ਜਾਂਦਾ ਵੀ ਚਮੜਾ ਨਹੀਂ ਅੰਦਰ ਆਉਣਾ ਚਾਹੀਦਾ। ਉਹ ਤੇ ਮੋੜਿਆ ਗਿਆ, ਪਰ ਚਮੜੇ ਦੇ ਵਿੱਚ ਆ ਗਿਆ ਘਿਓ, ਉਹ ਨਹੀਂ ਮੋੜਿਆ ਕਿਸੇ ਨੂੰ। ਆਖਿਆ ਵੀ ਆਉਣ ਦਿਓ, ਇਹਦੇ ਨਾਲ ਹੀ ਜੋਤ ਜਗਣੀ ਹੈ, ਇਹਦੇ ਨਾਲ ਹੀ ਹਵਨ ਹੋਣੇ, ਕਿਉਂਕਿ ਉਹਦੇ ਬਿਨਾਂ ਸਰਦਾ ਨਹੀਂ ਨਾ ਪਿਆ, ਉਹਦੇ ਨਾਲ ਹੀ ਸਾਰੇ ਕੰਮ ਹੋਣੇ। ਮਹਾਰਾਜ ਕਹਿਣ ਲੱਗੇ ਘਿਓ ਦੇ ਵਿੱਚ ਗੁਣ ਇੰਨੇ ਨੇ, ਉਹ ਕਿਹੜੇ ਭਾਂਡੇ ਵਿੱਚ ਆਇਆ ਕੋਈ ਵੇਖਦਾ ਨਹੀਂ। ਬਚਨ ਕਰਦੇ ਹਨ ਐਸਾ ਭਗਤ ਵਰਣ ਮੈਂ ਹੋਏ। ਦੂਜਾ ਬਚਨ ਮਹਾਰਾਜ ਨੇ ਵਰਤਿਆ ਪਟ। ਪਟ ਕਹਿੰਦੇ ਗੁਰਮੁਖੋ ਕੱਪੜੇ ਨੂੰ। ਜਿਹੜਾ ਰੇਸ਼ਮ ਦਾ ਕੱਪੜਾ ਹੈ ਨਾ, ਉਸ ਨੂੰ ਬੜਾ ਕੀਮਤੀ ਮੰਨਿਆ ਜਾਂਦਾ ਤੇ ਰੇਸ਼ਮ ਦਾ ਕੱਪੜਾ ਰੇਸ਼ਮ ਦੇ ਕੀੜੇ ਤੋਂ ਬਣਦਾ, ਉਹਦੀ ਲਾਰ ਤੋਂ ਬਣਦਾ ਉਹ ਕੱਪੜਾ।
ਤੇ ਜਦੋਂ ਉਹ ਰੇਸ਼ਮ ਦਾ ਕੀੜਾ ਆਪਣੀ ਲਾਰ ਛੱਡਦਾ, ਉਹਦੇ ਤੋਂ ਕੱਪੜਾ ਬਣਦਾ, ਕਈ ਕੀੜੇ ਉਹਦੇ ਵਿੱਚ ਮਰ ਵੀ ਜਾਂਦੇ, ਆਪਣੇ ਜਾਲ ਦੇ ਵਿੱਚ ਆਪੇ ਹੀ ਮਰ ਜਾਂਦੇ, ਤਾਂ ਉਹ ਕੱਪੜਾ ਤਿਆਰ ਹੁੰਦਾ। ਮਹਾਰਾਜ ਕਹਿੰਦੇ ਰੇਸ਼ਮ ਦਾ ਕੱਪੜਾ ਤੇ ਤਿਆਰ ਹੋ ਗਿਆ, ਤੇ ਰੇਸ਼ਮ ਦਾ ਕੱਪੜਾ ਮੰਦਿਰ ਤੇ ਗੁਰਦੁਆਰੇ ਤੇ ਕਿਤੇ ਵੀ ਚੰਗੀਆਂ ਥਾਵਾਂ ਤੇ ਉਹਨੂੰ ਪ੍ਰਵਾਨ ਕੀਤਾ ਜਾਂਦਾ, ਮੰਨਿਆ ਜਾਂਦਾ ਵੀ ਹਾਂ ਇਹ ਬੜਾ ਚੰਗਾ। ਪਰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਰੇਸ਼ਮ ਦਾ ਕੱਪੜਾ ਬਣਿਆ ਕਿਵੇਂ, ਬਣਿਆ ਤੇ ਲਾਰ ਤੋਂ ਹੀ ਹੈ, ਜਾਂ ਇਸ ਰੇਸ਼ਮ ਦੇ ਕੱਪੜੇ ਨੂੰ ਬਣਾਉਣ ਲੱਗਿਆ ਕਿੰਨੇ ਰੇਸ਼ਮ ਦੇ ਕੀੜੇ ਇਹਦੇ ਵਿੱਚ ਮਰੇ ਨੇ, ਇਹ ਵੀ ਕੋਈ ਨਹੀਂ ਪੁੱਛਦਾ। ਮਹਾਰਾਜ ਕਹਿਣ ਲੱਗੇ ਰੇਸ਼ਮ ਦਾ ਕੱਪੜਾ ਕਈ ਕੀੜਿਆਂ ਦੇ ਮਰ ਜਾਣ ਕਰਕੇ, ਕਈ ਕੀੜਿਆਂ ਦੀ ਲਾਰ ਦੇ ਨਾਲ ਬਣਿਆ, ਪਰ ਰੇਸ਼ਮ ਦੇ ਕੱਪੜੇ ਦਾ ਮਹਿੰਗਾ ਮੁੱਲ ਹੋਣ ਕਰਕੇ ਜਾਂ ਉਹਦੇ ਚੰਗੇ ਗੁਣ ਹੋਣ ਕਰਕੇ ਕੋਈ ਇਹ ਨਹੀਂ ਪੁੱਛਦਾ ਵੀ ਇਹ ਬਣਿਆ ਕਿਵੇਂ ਹੈ, ਕਿ ਕੀੜੇ ਕਿੰਨੇ ਮਰੇ ਨੇ, ਨਹੀਂ ਪੁੱਛਦਾ ਕੋਈ। ਇਸੇ ਤਰ੍ਹਾਂ ਘਿਓ ਹੈ, ਕਿਹੜੇ ਭਾਂਡੇ ਵਿੱਚ ਆਇਆ, ਚਮੜੇ ਵਿੱਚ ਆਇਆ, ਕੋਈ ਨਹੀਂ ਪੁੱਛਦਾ, ਪ੍ਰਵਾਨ ਹੁੰਦਾ। ਮਹਾਰਾਜ ਕਹਿਣ ਲੱਗੇ ਘੇ ਘਟ ਭਾਂਡਾ ਕਹੇ ਨਾ ਕੋਏ, ਭਾਂਡਾ ਤੋਂ ਭਾਵ ਹੈ ਭੰਡੀ, ਉਹਦੀ ਭੰਡੀ ਕੋਈ ਨਹੀਂ ਕਰਦਾ। ਵੇਖੋ ਜੀ ਇਹਦੇ ਘਿਓ ਚਮੜੇ ਦੇ ਭਾਂਡੇ ਵਿੱਚ ਆਇਆ, ਚਮੜੇ ਦੇ ਭਾਂਡੇ ਦਾ ਵੀ ਸਤਿਕਾਰ ਬਣ ਗਿਆ, ਘਿਓ ਆਇਆ, ਕਿਸੇ ਨੇ ਚਮੜੇ ਦੇ ਭਾਂਡੇ ਨੂੰ ਮਾੜਾ ਨਹੀਂ ਕਿਹਾ। ਤੇ ਭਾਵੇਂ ਜਿੰਨੇ ਮਰਜ਼ੀ ਰੇਸ਼ਮ ਦੇ ਕੀੜੇ ਮਰ ਗਏ, ਪਰ ਰੇਸ਼ਮ ਨੇ ਉਹਨਾਂ ਕੀੜਿਆਂ ਦੀ ਭੰਡੀ ਨਹੀਂ ਹੋਣ ਦਿੱਤੀ, ਸਗੋਂ ਸਤਿਕਾਰ ਮਾਣ ਹੀ ਬਣਿਆ ਵੀ ਆ ਕੱਪੜੇ ਨੂੰ ਸਤਿਕਾਰ ਦਿਓ ਭਾਈ, ਇਹ ਰੇਸ਼ਮ ਦਾ। ਮਹਾਰਾਜ ਕਹਿਣ ਲੱਗੇ ਪਰਮਾਤਮਾ ਇਸੇ ਤਰ੍ਹਾਂ ਤੇਰੀ ਭਗਤੀ ਹੈ, ਤੇਰੀ ਭਗਤੀ ਕਰਨ ਵਾਲਾ ਸਰੀਰ ਕੋਈ ਵੀ ਹੋ ਸਕਦਾ, ਉਹਦੇ ਸਰੀਰ ਬਾਰੇ ਨਹੀਂ ਫਿਰ ਦੁਨੀਆ ਵਰਣਨ ਕਰਦੀ। ਜਿਵੇਂ ਘਿਓ ਦਾ ਭਾਂਡਾ, ਕਿਸੇ ਵੀ ਭਾਂਡੇ ਵਿੱਚ ਘਿਓ ਕਿਸੇ ਵੀ ਭਾਂਡੇ ਵਿੱਚ ਆਇਆ, ਭਾਂਡੇ ਦਾ ਵਰਣਨ ਕੋਈ ਨਹੀਂ ਹੈ, ਕੇਵਲ ਘਿਓ ਦੀ ਗੱਲ ਹੁੰਦੀ ਹੈ। ਘਿਓ ਦੇ ਗੁਣ ਵੇਖ ਕੇ ਭਾਂਡੇ ਨੂੰ ਨਹੀਂ ਕੋਈ ਵੀ ਉਸ ਵੇਲੇ ਕਿੰਤੂ ਪਰੰਤੂ ਕਰਦਾ। ਇਸੇ ਤਰ੍ਹਾਂ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ ਨੇ, ਉਹਨਾਂ ਦੇ ਸਰੀਰਾਂ ਰੂਪੀ ਭਾਂਡੇ ਵੱਲ ਕੋਈ ਨਹੀਂ ਵੇਖਦਾ ਵੀ ਇਹਦਾ ਸਰੀਰ ਕਿਹੜੀ ਜਾਤੀ ਦਾ, ਇਹ ਕਿਹੜੇ ਵਰਨ ਦਾ ਹੈ, ਇਹ ਖੱਤਰੀ ਹੈ ਕਿ ਬ੍ਰਾਹਮਣ ਹੈ ਕਿ ਸ਼ੂਦਰ ਹੈ ਕਿ ਵੈਸ ਹੈ, ਇਹ ਉੱਚੀ ਜਾਤ ਵਾਲਾ ਹੈ ਕਿ ਨੀਵੀਂ ਜਾਤ ਵਾਲਾ, ਅਮੀਰ ਹੈ ਕਿ ਗਰੀਬ ਹੈ, ਇਹ ਮੰਗ ਕੇ ਖਾਣ ਵਾਲਾ ਕਿ ਵੰਡ ਕੇ ਖਾਣ ਵਾਲਾ, ਕੋਈ ਨਹੀਂ ਪੁੱਛਦਾ। ਉਹਦੀ ਭਗਤੀ ਬਾਕੀ ਸਾਰੇ ਕੰਮਾਂ ਨੂੰ ਢੱਕ ਲੈਂਦੀ ਹੈ, ਉਹਦੀ ਭਗਤੀ ਨੂੰ ਸਲਾਮਾਂ ਹੁੰਦੀਆਂ। ਬਾਬਰ ਬਾਦਸ਼ਾਹ ਦਾ ਸਵਾਲ ਇਹ ਹੈ ਵੀ ਮਹਾਰਾਜ ਨੀਵੀਂ ਜਾਤ ਵਾਲਾ ਭਗਤ ਕਿਵੇਂ ਹੋ ਸਕਦਾ ਹੈ? ਮਹਾਰਾਜ ਕਹਿੰਦੇ ਇਸ ਤਰ੍ਹਾਂ ਹੋ ਸਕਦਾ, ਜਿਵੇਂ ਭਾਂਡਾ ਆਪਣੇ ਭਾਂਡੇ ਦੀ ਬਦਨਾਮੀ ਨਹੀਂ ਹੋਣ ਦਿੰਦਾ, ਰੇਸ਼ਮ ਦੇ ਕੀੜੇ ਦੀ ਬਦਨਾਮੀ ਨਹੀਂ ਹੋਣ ਦਿੰਦਾ, ਰੱਬ ਦਾ ਜਿਹੜਾ ਭਗਤ ਬੰਦਗੀ ਕਰਨ ਵਾਲਾ ਹੈ, ਉਹਦੀ ਬੰਦਗੀ ਇੰਨੀ ਪ੍ਰਵਾਨ ਹੋ ਜਾਂਦੀ ਹੈ, ਉਹਦੇ ਸਰੀਰ ਰੂਪੀ ਭਾਂਡੇ ਦੀ ਬਦਨਾਮੀ ਕੋਈ ਨਹੀਂ ਕਰਦਾ, ਭੰਡੀ ਕੋਈ ਨਹੀਂ ਕਰਦਾ, ਐਸੀ ਦਾਤ ਮਿਲਦੀ ਹੈ। ਐਸਾ ਭਗਤ ਵਰਨ ਮੈਂ ਹੋਏ, ਐਸਾ ਭਗਤ ਕਿਸੇ ਵੀ ਵਰਨ ਵਿੱਚ ਹੋ ਸਕਦਾ। ਚਾਰ ਵਰਨ ਨੇ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ। ਇਹਨਾਂ ਚੌਹਾਂ ਦੇ ਵਿੱਚ ਖੱਤਰੀਆਂ ਵਿੱਚ ਵੀ ਭਗਤ ਹੋ ਸਕਦਾ, ਇਹ ਨਹੀਂ ਵੀ ਖੱਤਰੀ ਭਗਤ ਨਹੀਂ ਹੋ ਸਕਦਾ, ਖੱਤਰੀ ਵੀ ਭਗਤੀ ਕਰ ਸਕਦਾ, ਬ੍ਰਾਹਮਣ ਵੀ ਭਗਤ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬ੍ਰਾਹਮਣ ਭਗਤ ਵੀ ਨੇ ਜਿਨ੍ਹਾਂ ਨੇ ਆਪਣੀ ਬਾਣੀ ਲਿਖਵਾਈ ਹੈ, ਖੱਤਰੀ ਭਗਤ ਵੀ ਹੋ ਸਕਦਾ। ਇਸੇ ਤਰ੍ਹਾਂ ਵੈਸ਼ ਕਹਿੰਦੇ ਕਿਸਾਨ, ਕਿਸਾਨੀ ਦੇ ਨਾਲ ਜਿੰਨੇ ਵੀ ਸੰਬੰਧਤ ਨੇ, ਲੋਕ ਕਿੱਤਾ ਕਰਨ ਵਾਲੇ, ਉਹ ਕਿਸੇ ਵੀ ਜਾਤ ਦੇ ਹੋਣ, ਉਹਨਾਂ ਵਿੱਚੋਂ ਵੀ ਭਗਤ ਹੋ ਸਕਦਾ। ਹੁਣ ਭਗਤ ਧੰਨਾ ਜੀ ਵੀ ਤੇ ਖੇਤੀ ਕਰਦੇ ਨੇ, ਤੇ ਸ਼ੂਦਰ ਜਿਹੜੇ ਹੋਰ ਉਸ ਤੋਂ ਨੀਵੇਂ ਘਰਾਂ ਵਿੱਚ ਕੰਮ ਕਰਨ ਵਾਲੇ ਮੰਨੇ ਜਾਂਦੇ। ਹੁਣ ਭਗਤ ਕਬੀਰ ਸਾਹਿਬ ਵੀ ਤੇ ਮੰਨੇ ਹੀ ਜਾਂਦੇ ਨੇ, ਭਗਤ ਮੰਨਿਆ ਜਾਂਦਾ, ਸਲਾਮਾਂ ਕਰਦੀ ਦੁਨੀਆ, ਮੱਥਾ ਟੇਕਦੀ ਆ ਕੇ। ਮਹਾਰਾਜ ਕਹਿਣ ਲੱਗੇ ਰੱਬ ਦਾ ਭਗਤ ਕਿਸੇ ਵੀ ਜਨਮ ਦੇ ਵਿੱਚ ਆ ਜਾਵੇ, ਕਿਸੇ ਵੀ ਜੂਨੀ ਵਿੱਚ ਹੈ, ਕਿਸੇ ਵੀ ਸਰੀਰ ਵਿੱਚ ਹੈ, ਕਿਸੇ ਵੀ ਵਰਨ ਵਿੱਚ ਹੈ, ਉਹਨੂੰ ਸਲਾਮ ਹੀ ਹੁੰਦੀ ਹੈ, ਉਹਦੀ ਜਾਤ ਨੂੰ ਕੋਈ ਨਹੀਂ ਪੁੱਛਦਾ, ਉਹਦੀ ਭਗਤੀ ਨੂੰ ਸਲਾਮ ਹੈ। ਤੇਰਾ ਨਾਮ ਨਿਵੈ ਰਹੇ ਲਿਵ ਲਾਏ, ਪਰਮਾਤਮਾ ਤੇਰੇ ਨਾਮ ਦੇ ਅੱਗੇ ਨਿਉਂਦੇ ਪਏ ਨੇ ਭਗਤ, ਤੇਰੇ ਨਾਮ ਦੇ ਅੱਗੇ ਸਾਰੇ ਹੀ ਸਿਰ ਝੁਕਾਉਂਦੇ ਨੇ। ਤੇਰਾ ਨਾਮ ਹੀ ਏਡਾ ਵੱਡਾ, ਜਿਹੜੇ ਜਪ ਲੈਂਦੇ ਦੁਨੀਆ ਤੇ ਉਹਦੇ ਅੱਗੇ ਝੁਕਦੀ ਪਈ ਹੈ। ਨਾਮ ਏਡਾ ਵੱਡਾ ਹੈ ਕਿ ਨਾਮ ਜਪਣ ਵਾਲੇ ਦੇ ਅੱਗੇ ਦੁਨੀਆ ਝੁਕਦੀ ਹੈ, ਸਲਾਮਾਂ ਕਰਦੀ ਹੈ। ਤੇਰੇ ਨਾਮ ਦੇ ਅੱਗੇ ਕਿਉਂ ਨਹੀਂ ਕੋਈ ਝੁਕੇਗਾ? ਤੇਰੇ ਨਾਮ ਨਿਵੈ ਰਹਿ ਲਿਵ ਲਾਏ, ਤੇਰੇ ਨਾਮ ਦੇ ਅੱਗੇ ਨਿਉਂਦਿਆਂ ਹੋਇਆਂ ਸਲਾਮਾਂ ਕਰਨ ਵਾਲੇ ਲਿਵ ਲਾ ਕੇ ਤੇਰੇ ਨਾਮ ਵਿੱਚ ਬੈਠੇ ਹਨ। ਨਾਨਕ ਤਿਨ ਦਰ ਭੀਖਿਆ ਪਾਏ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਬਾਬਰ ਬਾਦਸ਼ਾਹ, ਇਹੋ ਜਿਹੇ ਜਿਹੜੇ ਭਗਤ ਨੇ ਨਾ ਨਾਮ ਜਪਣ ਵਾਲੇ ਗੁਰਮੁਖ, ਉਹਨਾਂ ਦੀ ਸੰਗਤ ਵਿੱਚ ਖੜ ਕੇ ਅਸੀਂ ਝੋਲੀ ਅੱਡ ਕੇ ਫਰਿਆਦ ਕਰਦੇ ਹਾਂ, ਪਰਮਾਤਮਾ ਸਾਡੀ ਝੋਲੀ ਵਿੱਚ ਵੀ ਨਾਮ ਦੀ ਖੈਰ ਪਾ ਦੇ। ਜਾਂ ਆਪਾਂ ਕਹਿ ਲਈਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ ਵਿੱਚ ਆਪਾਂ ਬੈਠੇ ਹਾਂ, ਅਸੀਂ ਸਤ ਸੰਗਤ ਵਿੱਚ ਆ ਕੇ ਝੋਲੀ ਅੱਡਦੇ ਹਾਂ। ਮਹਾਰਾਜ ਇੱਕ ਦਖਣਾ ਹੋ ਤੋ ਪਹਿ ਮੰਗੂ ਹਰ ਦੀਜੈ ਨਾਮ ਪਿਆਰੀ ਦਿਓ, ਮੇਰੇ ਝੋਲੀ ਵਿੱਚ ਨਾਮ ਦੀ ਖੈਰਾਤ ਪਾ ਦੇ।
ਐਸੇ ਭਗਤ ਜਿਨ੍ਹਾਂ ਨੇ ਨਾਮ ਜਪਿਆ ਹੈ। ਤਿੰਨ ਦਰ ਨਾਨਕ ਤਿੰਨ ਦਰ ਭਿਖਿਆ ਪਾਏ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਦੇ ਦਰ ਦਰਵਾਜ਼ੇ ਤੇ ਖੜ ਕੇ ਜਾਂ ਸਤ ਸੰਗਤ ਦੇ ਦਰਵਾਜ਼ੇ ਤੇ ਖੜ ਕੇ ਭਿਖਿਆ ਪਾਏ। ਮੈਂ ਨਾਮ ਦੀ ਭਿਖਿਆ ਮੰਗਦਾ ਵੀ ਪ੍ਰਮਾਤਮਾ ਮੇਰੀ ਝੋਲੀ ਵਿੱਚ ਨਾਮ ਦੀ ਖੈਰ ਪਾ ਦੇ। ਆਪਾਂ ਵੀ ਸਤ ਸੰਗਤ ਵਿੱਚ ਆ ਕੇ ਬੈਠੇ ਹਾਂ, ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਸਾਡੀ ਝੋਲੀ ਵਿੱਚ ਵੀ ਨਿਤਨੇਮ ਬਖਸ਼ਿਸ਼ ਕਰ ਦਿਓ, ਸਾਨੂੰ ਵੀ ਨਾਮ ਦੀਆਂ ਦਾਤਾਂ ਔਰ ਸਤ ਸੰਗਤ ਦੀਆਂ ਦਾਤਾਂ ਬਖਸ਼ਿਸ਼ ਕਰੋ। ਸਾਡਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਗੁਰੂ ਨਾਨਕ ਦੇ ਪਾਤਸ਼ਾਹ ਦੇ ਸ਼ਬਦ ਥੋੜੇ ਮਹਿੰਗੇ ਨੇ, ਵਿਚਾਰ ਕਰਦਿਆਂ 5-7 ਮਿੰਟ ਦਾ ਸਮਾਂ ਵੱਧ ਲੱਗਦਾ ਹੈ। ਆਪ ਸੰਗਤਾਂ ਨੇ ਮੁਆਫੀ ਬਖਸ਼ਿਸ਼ ਕਰਨੀ। ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਮੇਲੋ। ਤੇਰਾ ਨਾਮ ਨਿਵੈ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭਿਖਿਆ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।